श्री नानक पुरुषोत्तम परम परावर नाथ। युगल चरण मम बंदना, तर पर तर कर माथ। गुरु नानक पाद पंकज बंदन, पाद पंकज बंदन। सिमरौ अंगद दोख निकंदन। अमरदास गुर हृदय तिहावू, हृदय तिहावू। श्री गुरु रामदास गुण गावू। गुरु अर्जन बिघ्नन के नासक, बिघ्नन के नासक। श्री गुरु हरगोबिंद शुभ सुमत प्रकाशक। गुरु हर राय नमो कर जोरी, नमो कर जोरी। श्री हर कृष्ण मनाए बहोरी। तेग बहादुर परम किरपाला, परम किरपाला। श्री गुरु गोबिंद सिंह विसाला। धरों तरा पर पुन पुन सीसा, पुन पुन सीसा। बंदों बार बार जगदीसा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जन जीते पंच विकार। तिन संतन को बंदना सिर चरणन पर तहार। एकंकारा सतगुरु तिह प्रसाद सच होए। वाहे गुरु जी की फतेह। विघ्न विनाशन सोए। वाहे गुरु जी की फतेह। विघ्न विनाशन सोए। सतनाम श्री वाहेगुरु साहिब जी। दोहरा निर्गुण सरगुण नाम जो, वाहिगुरु तिन मेर। सब ते ऊंचा जानिए, लेत न कीजै देर। निर्गुण सरगुण नाम जो। वाहेगुरु जी का खालसा, वाहेगुरु जी की फतेह। सच्चे पातशाह जग दी जोत, 10 पातशाहियां दे आत्मक स्वरूप धन साहिब श्री गुरु ग्रंथ साहिब जी महाराज हजूर दी परम दया सदका ये पवित्र सतसंगत आपां नूं सवासां दे सफल करन नूं प्राप्त होई है। सच्चे पातशाह जी दे पवित्र जस दी कथा श्री नानक प्रकाश ग्रंथ की आरंभता सतगुरां जी दे पवित्र मंगलाचरण उपरंत कवि जी नाम की महिमा कथन कर रहे हैं।
ਸੱਚੇ ਨਾਮ ਤੋਂ ਬਿਨਾਂ ਜੀਵਨ ਵਿਅਰਥ ਚਲਿਆ ਜਾਂਦਾ ਏ। ਮਨੁੱਖਾ ਜਨਮ ਪਾ ਕਰਕੇ ਵਾਹਿਗੁਰੂ ਮੰਤਰ ਨਹੀਂ ਜਪਿਆ ਤਾਂ ਇਹ ਸਵਾਸ, ਇਹ ਸਰੀਰ ਕਿਸੇ ਕੰਮ ਨਹੀਂ ਆਉਂਦਾ। ਮਾਇਆ ਦੇ ਭੁਲੇਖੇ ਵਿੱਚ ਮਨ ਐਸਾ ਸੁੱਤਾ ਰਹਿੰਦਾ ਏ ਕਿ ਇਸ ਨੂੰ ਪਦਾਰਥ ਸਤ ਭਾਸਦੇ ਹੈ। ਸੰਸਾਰ ਮਿੱਠਾ ਬਹੁਤ ਚੰਗਾ ਲੱਗਦਾ ਏ। ਸੰਸਾਰ ਦੇ ਰਸਾਂ ਵਿੱਚ ਹੀ ਮਨ ਖੁੱਭਿਆ ਰਹਿੰਦਾ ਏ। ਵਾਹਿਗੁਰੂ ਮੰਤਰ ਨੂੰ ਮਨ ਵਿਸਾਰ ਦਿੰਦਾ ਏ। ਕਬੀਰਾਜ ਜੀ ਨੇ ਮਨ ਦੇ ਪ੍ਰਥਾਏ ਹੀ ਨਾਮ ਦੀ ਮਹਿਮਾ ਦੱਸਦਿਆਂ ਹੋਇਆਂ ਕਿਹਾ ਕਿ ਹੇ ਮਨਾ, ਤੂੰ ਵਾਹਿਗੁਰੂ ਮੰਤਰ ਨੂੰ ਜਪ ਕੇ ਜਾਗ ਪਾਓ। ਕਿਉਂ ਐਵੇਂ ਮੂਰਖਤਾਈ ਨੂੰ ਧਾਰਨ ਕਰਕੇ ਸੰਸਾਰ ਦੀ ਗਾਫਲਤਾਈ ਵਿੱਚ ਤੂੰ ਸੌਂ ਗਿਆ ਏ। ਜਿਹੜਾ ਵਾਹਿਗੁਰੂ ਦਾ ਸੁੰਦਰ ਨਾਮ ਹੈ, ਇਸ ਨੂੰ ਆਪਣੇ ਅੰਦਰ ਧਾਰਨ ਕਰ ਲੈ। ਇਹ ਬੜਾ ਹੀ ਸੋਹਣਾ ਮੌਕਾ ਮਨੁੱਖਾ ਜਨਮ ਦਾ ਇਹ ਤੇਰੇ ਹੱਥ ਆਇਆ ਹੈ, ਤੈਨੂੰ ਪ੍ਰਾਪਤ ਹੋਇਆ ਹੈ। ਇਸ ਕਰਕੇ ਇਹਨੂੰ ਨਿਸਫਲ ਨਾ ਗਵਾ। ਜੋ ਕੁਝ ਵੀ ਆਲਾ ਦੁਆਲਾ ਇਹ ਸੰਸਾਰ ਤੈਨੂੰ ਦਿਖਾਈ ਦਿੰਦਾ ਏ, ਤੇਰੇ ਨਾਲ ਕੁਝ ਨਹੀਂ ਚੱਲਣ ਵਾਲਾ। ਇਹ ਸਭ ਕੁਝ ਤੈਨੂੰ ਭਰਮ ਕਰਕੇ ਪ੍ਰਤੀਤ ਹੁੰਦਾ ਹੈ। ਵਾਹਿਗੁਰੂ ਜੋ ਲਵਾ-ਲਵ ਭਰਪੂਰ ਹਨ, ਮਾਇਆ ਦੇ ਪਰਦੇ ਕਰਕੇ ਤੈਨੂੰ ਨਿਰੰਕਾਰ ਦਾ ਸਪਰਸ਼ ਨਹੀਂ ਮਿਲਦਾ। ਜੀਵਨ ਨਾਮ ਤੋਂ ਬਿਨਾਂ ਥੋਥਾ ਏ। ਬੜੀਆਂ ਹੀ ਕਠਿਨਾਈਆਂ, ਦੁੱਖ ਨਾਮ ਤੋਂ ਸਖਣੇ ਮਨੁੱਖ ਨੂੰ ਝੱਲਣੇ ਪੈਂਦੇ ਹੈ, ਜਿਹੜੇ ਵਾਹਿਗੁਰੂ ਨਾਮ ਨੂੰ ਜਪਦੇ ਹੈ। ਸੰਸਾਰ ਦੇ ਅੰਦਰ ਸਰੀਰ 'ਤੇ ਆਏ ਹੋਏ ਦੁੱਖ ਅਤੇ ਕਠਿਨਾਈਆਂ ਨੂੰ ਬੜੇ ਹੀ ਖਿੜੇ ਮੱਥੇ ਚੱਲ ਜਾਂਦੇ ਹੈ। ਸਰੀਰ ਕਰਕੇ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਨੂੰ ਬੜੇ ਕਸ਼ਟ ਨੇ, ਬੜਾ ਦੁੱਖ ਹੈ, ਪਰ ਮਨ ਕਰਕੇ ਉਹ ਸਦਾ ਹੀ ਆਨੰਦ ਅਵਸਥਾ ਵਿੱਚ ਸਮਾਏ ਰਹਿੰਦੇ ਹੈ। ਵਾਹਿਗੁਰੂ ਮੰਤਰ ਦੀ ਬੜੀ ਅਸਚਰਜ ਲੀਲਾ ਏ। ਕਵਿਰਾਜ ਸਾਰੇ ਵਾਹਿਗੁਰੂ ਦੇ ਜਿਹੜੇ ਪਰਮੇਸ਼ਰ ਦੇ ਨਾਮ ਹਨ, ਉਹਨਾਂ ਨਾਮਾਂ ਵਿੱਚੋਂ ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਅੱਜ ਕਥਨ ਕਰਨ ਲੱਗੇ ਹੈ। ਜੋ ਪ੍ਰਸੰਗ ਆ ਰਿਹਾ ਹੈ, ਆਓ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ ਕਵਿਰਾਜ ਜੀ ਜਿਵੇਂ ਫਰਮਾਨ ਕਰਦੇ ਹਨ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਰਗੁਣ ਸਰਗੁਣ ਨਾਮ ਜੋ। ਦੋਹਰਾ ਕਵਿਰਾਜ ਜੀ ਆਰੰਭਤਾ ਕਰਦੇ ਹਨ, ਜੋ ਨਿਰਗੁਣ ਪਰਮੇਸ਼ਰ ਦੇ ਨਾਮ ਹਨ ਅਤੇ ਜੋ ਸਰਗੁਣ ਸਰੂਪ ਧਾਰਨ ਕੀਤੇ, ਅਵਤਾਰ ਧਾਰਨ ਕੀਤੇ, ਜੋ ਉਹ ਨਾਮ ਪਰਮੇਸ਼ਰ ਦੇ ਪਏ ਹਨ। ਵਾਹਿਗੁਰੂ ਤਿਨ ਮੇਰ। ਵਾਹਿਗੁਰੂ ਨਾਮ ਜੋ ਹੈ ਤਿੰਨਾਂ ਨਿਰਗੁਣ ਨਾਮਾਂ ਦਾ ਅਤੇ ਸਰਗੁਣ ਨਾਮਾਂ ਦਾ ਸ਼੍ਰੋਮਣੀ ਹੈ। ਵਾਹਿਗੁਰੂ ਜੀ ਦੇ ਪਰਮੇਸ਼ਰ ਦੇ ਨਿਰਗੁਣ ਨਾਮਾਂ ਵਿੱਚੋਂ ਵੀ ਅਤੇ ਪਰਮੇਸ਼ਰ ਦੇ ਸਰਗੁਣ ਨਾਮਾਂ ਦੇ ਵਿੱਚੋਂ ਵੀ ਵਾਹਿਗੁਰੂ ਨਾਮ ਜੋ ਹੈ
ਇਹ ਕਵੀਰਾਜ ਜੀ ਕਹਿੰਦੇ ਹਨ ਸ਼੍ਰੋਮਣੀ ਹੈ। ਮੇਰ ਜਿਹੜਾ ਭਾਵ ਜਿਵੇਂ ਪਰਬਤਾਂ ਵਿੱਚੋਂ ਸਮੇਰ ਪਰਬਤ ਵੱਡਾ ਹੈ, ਫਿਰ ਜਿਵੇਂ ਮਾਲਾ ਦਾ ਮੇਰੂ ਮਣਕਾ ਹੁੰਦਾ ਹੈ ਉਹ ਵਿਸ਼ੇਸ਼ ਹੁੰਦਾ ਹੈ ਅਤੇ ਸਾਰਿਆਂ ਮਣਕਿਆਂ ਤੋਂ ਵੱਡਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਹੈ ਕਿ ਜਿਹੜਾ ਵਾਹਿਗੁਰੂ ਮੰਤਰ ਹੈ ਇਹ ਸਾਰੇ ਮੰਤਰਾਂ ਤੋਂ ਵੱਡਾ ਮੰਤਰ ਹੈ। ਅਤੇ ਇਸ ਪ੍ਰਕਾਰ ਚਾਹੇ ਪਰਮੇਸ਼ਰ ਦੇ ਨਿਰਗੁਣ ਨਾਮ ਹਨ, ਚਾਹੇ ਸਰਗੁਣ ਨਾਮ ਹਨ, ਇਹਨਾਂ ਸਾਰਿਆਂ ਨਾਮਾਂ ਵਿੱਚੋਂ ਵਾਹਿਗੁਰੂ ਨਾਮ ਸਭ ਦਾ ਹੀ ਸ਼੍ਰੋਮਣੀ ਹੈ। ਸਭ ਤੇ ਉੱਚਾ ਜਾਣੀਏ। ਸਾਰਿਆਂ ਤੋਂ ਕਵੀਰਾਜ ਜੀ ਕਹਿੰਦੇ ਉੱਚਾ ਵਾਹਿਗੁਰੂ ਨਾਮ ਜਿਹੜਾ ਹੈ ਇਹ ਜਾਣਨਾ ਕਰੋ। ਭਾਵੇਂ ਕਿ ਜਿਹੜਾ ਵਾਹਿਗੁਰੂ ਜੀ ਦੇ ਪਰਮੇਸ਼ਰ ਦੇ ਅਨੇਕਾਂ ਹੀ ਨਾਮ ਕਥਨ ਕਰੀਦੇ ਹਨ, ਪਰ ਜੋ ਵਾਹਿਗੁਰੂ ਮੰਤਰ ਹੈ ਜੋ ਗੁਰਮੰਤਰ ਕਰਕੇ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਗਰੀਬ ਨਵਾਜ਼ ਨੇ ਬਖਸ਼ਿਸ਼ ਕੀਤਾ ਹੈ। ਅਤੇ ਇਹ ਸਾਰਿਆਂ ਤੋਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਉੱਚਾ ਹੈ ਸਾਰੇ ਨਾਮਾਂ ਤੋਂ। ਰਾਮ ਹੈ ਨਾਮ, ਫਿਰ ਹਰੀ ਨਾਮ ਹੈ, ਕ੍ਰਿਸ਼ਨ ਨਾਮ ਹੈ, ਬਿਸ਼ਨ ਨਾਮ ਹੈ, ਵਾਸਦੇਵ ਨਾਮ ਹੈ। ਇਉਂ ਬਹੁਤ ਪਰਮੇਸ਼ਰ ਦੇ ਕਿਰਤਮ ਨਾਮ ਵੀ ਹੈ, ਪਰ ਸਾਰਿਆਂ ਨਾਮਾਂ ਦੇ ਵਿੱਚੋਂ ਵਾਹਿਗੁਰੂ ਨਾਮ ਜੋ ਹੈ ਇਹ ਕਵੀਰਾਜ ਜੀ ਕਹਿੰਦੇ ਸਭ ਤੋਂ ਉੱਚਾ ਤੇ ਮਹਾਨ ਹੈ। ਲੇਤ ਨਾ ਕੀਜੈ ਦੇਰ। ਆਪਣੇ ਮੁਖ ਤੋਂ ਲੈਣ ਲੱਗਿਆਂ ਕਹਿੰਦੇ ਆ ਦੇਰੀ ਨਹੀਂ ਕਰਨੀ ਚਾਹੀਦੀ। ਗੁਰਸਿੱਖ ਨੂੰ ਵਾਹਿਗੁਰੂ ਮੰਤਰ ਦੇ ਉਚਾਰਨ ਕਰਦਿਆਂ ਕਦੇ ਦੇਰ ਨਹੀਂ ਕਰਨੀ ਚਾਹੀਦੀ। ਭਾਵ ਵਾਹਿਗੁਰੂ ਨਾਮ ਦਾ ਅਭਿਆਸੀ ਗੁਰਸਿੱਖ ਨੂੰ ਹੋਣਾ ਚਾਹੀਦਾ। ਵਾਹਿਗੁਰੂ ਨਾਮ ਗੁਰਸਿੱਖ ਨੂੰ ਭਾਵਨਾ ਨਾਲ ਪ੍ਰੇਮ ਨਾਲ ਜਪਣਾ ਚਾਹੀਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਗੁਰਮੰਤਰ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਜਿਹਨੂੰ ਜਪ ਕਰਕੇ ਹੰਕਾਰ ਨਾਸ਼ ਹੋ ਜਾਂਦਾ ਹੈ। ਇਸ ਕਰਕੇ ਕਵੀਰਾਜ ਜੀ ਕਹਿੰਦੇ ਲੇਤ ਨਾ ਕੀਜੈ ਦੇਰ, ਦੇਰੀ ਨਹੀਂ ਕਰਨੀ ਚਾਹੀਦੀ। ਭਾਵ ਹੁਣੇ ਹੀ, ਕਿਉਂਕਿ ਕਬੀਰ ਜੀ ਨੇ ਵੀ ਕਿਹਾ ਨਾ ਕਿ ਕਬੀਰ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਰ ਪਰ ਆਵੈ ਕਾਲ। ਇਸ ਕਰਕੇ ਜਿਹੜਾ ਮੌਤ ਦਾ ਸਮਾਂ ਖਬਰੇ ਕਦੋਂ ਆ ਜਾਣਾ, ਇਸ ਕਰਕੇ ਲੇਤ ਨਾ ਕੀਜੈ ਦੇਰ। ਵਾਹਿਗੁਰੂ ਦਾ ਨਾਮ ਲੈਣ ਲੱਗਿਆਂ ਦੇਰੀ ਨਹੀਂ ਕਰਨੀ ਚਾਹੀਦੀ। ਕਵੀਰਾਜ ਕਹਿੰਦੇ ਸਭ ਤੋਂ ਉੱਚਾ ਜਾਣ ਕਰਕੇ, ਕਿਉਂਕਿ ਜਦੋਂ ਸਾਧਕ ਬਣ ਕਰਕੇ ਮੰਤਰ ਦਾ ਅਭਿਆਸ ਕੋਈ ਕਰਦਾ ਹੈ, ਸਾਧਨਾ ਕਰਦਾ ਹੈ, ਉਸ ਸਮੇਂ ਮਨ ਬੜੇ ਫੁਰਨੇ ਕਰਦਾ ਕਿ ਮੈਂ ਹੋਰ ਨਾਮ ਜਪਾਂ ਅਤੇ ਉਹਦਾ ਮੈਨੂੰ ਫਲ ਜ਼ਿਆਦਾ ਨਾ ਮਿਲੇਗਾ। ਕਿਉਂਕਿ ਕਈ ਵਾਰੀ ਪਖੰਡੀ ਆਪਣੇ ਮਗਰ ਲਾਉਣ ਵਾਸਤੇ ਹੋਰ ਨਾਮ ਜਿਹੜੇ ਹੈ ਉਹ ਜਿਹੜੇ ਜਪਣ ਲਈ ਪ੍ਰੇਰਨਾ ਕਰ ਦਿੰਦੇ ਹੈ। ਕਿਤੇ ਕਈ ਤਰ੍ਹਾਂ ਦੀਆਂ ਸਾਧਨਾਵਾਂ ਕਰਦੇ ਹੈ, ਸਰੀਰ ਨੂੰ ਬਾਹਰੋਂ ਵੀ ਕਸ਼ਟ ਬਾਹਲਾ ਦਿੰਦੇ ਹੈ ਅਤੇ ਹੋਰ ਨਾਮਾਂ ਦੇ ਜਪਣ ਵਿੱਚ ਵਿਸ਼ਵਾਸ ਰੱਖਦੇ ਹੈ। ਪਰ ਸਤਿਗੁਰਾਂ ਜੀ ਨੇ ਇਹ ਸ਼੍ਰੋਮਣੀ ਮੰਤਰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਇਹ ਸਾਰੇ ਨਾਮਾਂ ਦੇ ਵਿੱਚੋਂ ਮੇਰੂ ਮਣਕੇ ਦੀ ਨਿਆਈ ਸ਼੍ਰੋਮਣੀ ਮੰਤਰ ਹੈ। ਇਸ ਕਰਕੇ ਇਸ ਮੰਤਰ ਨੂੰ ਜਪਦਿਆਂ ਦੇਰ ਨਹੀਂ ਕਰਨੀ ਚਾਹੀਦੀ। ਬੜਾ ਫਲਦਾਇਕ ਹੈ, ਬਹੁਤ ਲਾਭਦਾਇਕ ਹੈ ਵਾਹਿਗੁਰੂ ਮੰਤਰ। ਇਸ ਕਰਕੇ ਆਪਣੇ ਮੁਖ ਤੋਂ ਉਚਾਰਨ ਲੱਗਿਆਂ ਦੇਰ ਨਹੀਂ ਕਰਨੀ ਚਾਹੀਦੀ। ਚੌਪਈ ਨਿਰਗੁਣ ਨਾਮਨ ਤੇ ਵੱਧ ਐਸੇ। ਹੁਣ ਕਵੀਰਾਜ ਸਿੱਧ ਕਰਦੇ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਿਰਗੁਣ ਨਾਮ ਹਨ ਉਹਨਾਂ ਨਾਮਾਂ ਤੋਂ ਵਿਸ਼ੇਸ਼ ਕਰਕੇ ਜਿਹੜਾ ਮਹਾਨ ਵੱਧ ਜਿਹੜਾ ਹੈ ਅਧਿਕ, ਇਸ ਕਰਕੇ ਵਾਹਿਗੁਰੂ ਦਾ ਨਾਮ ਇਸ ਤਰ੍ਹਾਂ ਹੈ। ਸੋ ਕਰ ਅਰਥ ਬਖਾਨੋ ਜੈਸੇ। ਕਹਿੰਦੇ ਉਹ ਫਿਰ ਅਰਥ ਜਿਹੜੇ ਆ ਹੁਣ ਮੈਂ ਕਰਕੇ ਦੱਸਦਾ ਹਾਂ ਕਿ ਵਾਹਿਗੁਰੂ ਨਾਮ ਜਿਹੜਾ ਹੈ ਇਹ ਨਿਰਗੁਣ ਨਾਮਾਂ ਤੋਂ ਕਿਵੇਂ ਵੱਡਾ ਹੈ। ਉਹ ਅਰਥ ਕਰਕੇ ਕਵੀਰਾਜ ਕਹਿੰਦੇ ਅਸੀਂ ਦੱਸਦੇ ਹਾਂ। ਵਾਹੇ ਨਾਮ ਅਚਰਜ ਕੋ ਹੋਈ। ਜੋ ਵਾਹੇ ਨਾਮ ਹੈ ਕਵੀਰਾਜ ਕਹਿੰਦੇ ਇਸ ਦਾ ਨਾਮ ਅਸਚਰਜ ਹੁੰਦਾ ਹੈ, ਵਿਸਮਾਦ ਹੁੰਦਾ ਹੈ। ਜੋ
ਆਪਣੇ ਮੁਖ ਤੋਂ ਸਿਫਤ ਦੇ ਕਰਨ ਲਈ ਕੋਈ ਵੀ ਸ਼ਬਦ ਜਿਹੜਾ ਹੈ ਬੋਲਦੇ ਹੈ, ਤੇ ਸਭ ਤੋਂ ਜਿਹੜਾ ਹੈ ਮਹਾਨ, ਸਭ ਤੋਂ ਜਿਹੜਾ ਹੈ ਸ਼ਬਦ ਉਸਤਤ ਦੇ ਕਰਨ ਲਈ ਉਹ ਵਾਹੇ ਹੈ। ਜਿਵੇਂ ਕੋਈ ਵੀ ਰਸ ਨੂੰ ਪ੍ਰਾਪਤ ਕਰੇ ਤੇ ਆਨੰਦ ਆਵੇ ਤੇ ਮੁਖ ਤੋਂ ਇਹ ਵਾਹ ਸ਼ਬਦ ਨਿਕਲਦਾ ਹੈ। ਕਵਿਰਾਜ ਕਹਿੰਦੇ ਹਨ ਕਿ ਜਿਹੜਾ ਵਾਹੇ ਨਾਮ ਹੈ ਇਹ ਅਸਚਰਜ ਦਾ ਹੈ, ਇਹ ਵਿਸਮਾਦ ਦਾ ਹੈ। ਅਚਰਜ ਤੇ ਪਰ ਉਕਤ ਨਾ ਕੋਈ, ਤੇ ਅਸਚਰਜ ਤੋਂ ਪਰਾਂ, ਜਿਹੜਾ ਵਾਹੇ ਤੋਂ ਪਰਾਂ ਕੋਈ ਹੋਰ ਉਕਤ ਸ਼ਬਦ ਨਹੀਂ ਹੈ, ਕੋਈ ਬਾਣੀ ਨਹੀਂ ਹੈ ਉਸ ਦੇ ਸਿਫਤ ਲਈ, ਉਸ ਦੀ ਵਡਿਆਈ ਲਈ। ਜਦੋਂ ਮਨੁੱਖ ਬਹੁਤ ਜ਼ਿਆਦਾ ਆਨੰਦਿਤ ਹੋ ਜਾਂਦਾ ਹੈ ਤੇ ਆਨੰਦ ਦਾ ਪ੍ਰਗਟਾਵਾ ਕਰਨ ਲਈ ਵਾਹੇ ਤੋਂ ਪਰਾਂ ਕਵਿਰਾਜ ਕਹਿੰਦੇ ਕੋਈ ਸ਼ਬਦ ਨਹੀਂ ਹੈ। ਇਸ ਕਰਕੇ ਜਦੋਂ ਜਗਿਆਸੂ ਜੁੜਦੇ ਹੈ, ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਬਿਰਤੀ ਲੀਨ ਹੁੰਦੀ ਹੈ। ਨਾਮ ਇਹਦਾ ਦੇਸ਼ ਸੱਚਖੰਡ ਹੈ। ਜਦੋਂ ਨਾਮ ਆਪਣੇ ਦੇਸ਼ ਵਿੱਚ ਜਾਪਕ ਨੂੰ ਲੈ ਜਾਂਦਾ ਹੈ ਤੇ ਫਿਰ ਸਰੀਰ ਤੋਂ ਬਿਰਤੀ ਉਥਾਨ ਹੋ ਜਾਂਦੀ ਹੈ। ਜੋ ਬੁੱਧੀ ਹੈ ਇਹ ਵੀ ਲੈ ਹੋ ਜਾਂਦੀ ਹੈ, ਮਨ ਵੀ ਲੈ ਹੋ ਜਾਂਦਾ ਹੈ। ਵਾਹਿਗੁਰੂ ਸਰੂਪ ਦੇ ਅੰਦਰ ਮਨ ਜਿਹੜਾ ਉਸ ਸਮੇਂ ਲੀਨਤਾ ਪਾ ਜਾਂਦਾ ਹੈ ਤੇ ਉਹ ਜਿਹੜੇ ਨਜ਼ਾਰੇ ਹੈ, ਉਹ ਜਿਹੜਾ ਆਨੰਦ ਹੈ ਪਰਮੇਸ਼ਰ ਦੀ ਸਪਰਸ਼ਤਾ ਦਾ, ਉਸ ਸਮੇਂ ਉਹ ਪ੍ਰਾਪਤ ਹੁੰਦਾ ਹੈ। ਜਦੋਂ ਜਾਪਕ ਫਿਰ ਆਪਣੇ ਸਰੀਰ ਵਿੱਚ ਪਰਤਦਾ ਹੈ, ਉਹਨੂੰ ਬੁੱਧੀ ਕਰਕੇ ਗਿਆਤ ਹੁੰਦੀ ਹੈ, ਮਨ ਫਿਰ ਫੁਰਨੇ ਕਰਨ ਲੱਗਦਾ ਹੈ ਤੇ ਫਿਰ ਜੋ ਕੁਝ ਆਪਣੇ ਮਨ ਦੇ ਲੈ ਹੋਇਆ ਵੇਖਿਆ ਹੈ, ਜਿਸ ਆਨੰਦ ਨੂੰ ਮਾਣਿਆ ਹੈ, ਜਿਸ ਰਸ ਨੂੰ ਭੋਗਿਆ ਹੈ, ਉਸ ਦੀ ਬਾਬਤ ਫਿਰ ਬਿਰਤੀ ਇਹ ਕਹਿ ਉੱਠਦੀ ਹੈ, ਵਾਹ ਅਸਚਰਜ, ਵਿਸਮਾਦ, ਆਨੰਦ। ਇਹ ਕਵਿਰਾਜ ਕਹਿੰਦੇ ਜਦੋਂ ਏਡਾ ਚਰਮ ਸੀਮਾ ਦਾ ਆਨੰਦ ਪ੍ਰਾਪਤ ਹੋਵੇ ਤੇ ਉਹਦੀ ਸਿਫਤ ਲਈ, ਉਹਦੇ ਕਹਿਣ ਲਈ ਵਾਹੇ ਤੋਂ ਪਰਾਂ ਕੋਈ ਵੀ ਸ਼ਬਦ ਨਹੀਂ ਹੈ। ਇਉਂ ਕਹਿੰਦੇ ਇਸ ਤੋਂ ਪਰਾਂ ਉਕਤ ਕੋਈ ਹੋਰ ਬਾਣੀ ਨਹੀਂ, ਕੋਈ ਹੋਰ ਸ਼ਬਦ ਨਹੀਂ ਸਿਫਤ ਦੇ ਵਾਸਤੇ। ਵਾਹੇ ਨਾਮ ਜੋ ਹੈ ਅਸਚਰਜ ਦਾ ਹੈ, ਆਨੰਦ ਦਾ ਹੈ, ਵਿਸਮਾਦ ਦਾ ਹੈ। ਗੋ ਤਮ ਨਾਮ ਅਗਿਆਨ ਅਨਿਤ, ਤੇ ਜਿਹੜਾ ਗੋ ਨਾਮ ਹੈ ਇਹ ਅਗਿਆਨ ਦਾ ਹੈ, ਹਨੇਰੇ ਦਾ ਹੈ। ਅਗਿਆਨ ਰੂਪੀ ਹਨੇਰੇ ਦਾ ਨਾਮ ਗੋ ਤੋਂ ਹੁੰਦਾ ਗੁਬਾਰ, ਗੁਬਾਰ ਤੋਂ ਹੈ ਹਨੇਰਾ। ਤੇ ਇਹ ਕਵਿਰਾਜ ਕਹਿੰਦੇ ਅਨਿਤਵ ਹੈ, ਭਾਵ ਨਿਤ ਨਹੀਂ ਰਹਿਣ ਵਾਲਾ। ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਉਦੋਂ ਸਾਰਾ ਅਗਿਆਨ ਦਾ ਹਨੇਰਾ ਲੈ ਹੋ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਗੋ ਤੋਂ ਕਵਿਰਾਜ ਨੇ ਦੱਸਿਆ ਕਿ ਗੋ ਨਾਮ ਅਗਿਆਨ ਦਾ ਹੈ, ਹਨੇਰੇ ਦਾ ਹੈ। ਅਗਿਆਨ ਰੂਪੀ ਹਨੇਰਾ ਜਿਹੜਾ ਅਨਿਤਵ ਹੈ, ਭਾਵ ਨਿਤ ਨਹੀਂ ਰਹਿਣ ਵਾਲਾ, ਨਾਸ਼ ਹੋ ਜਾਣ ਵਾਲਾ ਹੈ। ਗਿਆਨ ਦੇ ਪ੍ਰਕਾਸ਼ ਅੱਗੇ ਇਹ ਰਹਿੰਦਾ ਨਹੀਂ, ਟਿਕਦਾ ਨਹੀਂ ਹੈ। ਰੋ ਪ੍ਰਕਾਸ਼ ਕੀਓ ਜਿਨ ਚਿੱਤ, ਤੇ ਫਿਰ ਹੈ ਵਾਹਿਗੁਰੂ। ਗੋ ਤੋਂ ਅਗਿਆਨਤਾ ਦਾ ਹਨੇਰਾ ਤੇ ਰੂਹ ਤੋਂ ਰੌਸ਼ਨੀ ਪ੍ਰਕਾਸ਼। ਕਹਿੰਦੇ ਹੈ ਇਸ ਤਰ੍ਹਾਂ ਰੌਸ਼ਨੀ ਦਾ ਜਦੋਂ ਅੰਦਰ ਪ੍ਰਕਾਸ਼ ਹੁੰਦਾ, ਗਿਆਨ ਦਾ ਪ੍ਰਕਾਸ਼ ਹੁੰਦਾ, ਇਹ ਰੂਹ ਨਾਮ ਪ੍ਰਕਾਸ਼ ਦਾ ਹੈ। ਫਿਰ ਇਸੇ ਪ੍ਰਕਾਰ ਇਹ ਪੰਕਤੀ ਪੜੋ। ਰੋ ਪ੍ਰਕਾਸ਼ ਕੀਓ ਜਿਨ ਚਿੱਤ, ਰੂਹ ਪ੍ਰਕਾਸ਼ ਭਾਵ ਰੌਸ਼ਨੀ ਜਿਸ ਨਾਮ ਨੇ ਚਿੱਤ ਵਿੱਚ ਕਰ ਦਿੱਤੀ, ਉਹ ਕਿਹੜਾ ਨਾਮ ਹੈ? ਵਾਹਿਗੁਰੂ। ਵਾਹਿਗੁਰੂ ਮੰਤਰ ਦੇ ਜਪਣੇ ਕਰਕੇ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਇਹਦੇ ਅੱਖਰੀ ਅਰਥ ਸਮਝਣੇ, ਜੋ ਅਗਿਆਨਤਾ ਦੇ ਹਨੇਰੇ ਨੂੰ ਕੱਟ ਕਰਕੇ ਗੁਰੂ ਪਦ ਦਾ ਅਰਥ, ਗੋ ਤੋਂ ਹੈ ਗੁਬਾਰ, ਰੂ ਤੋਂ ਹੈ ਰੌਸ਼ਨੀ। ਜੋ ਅਗਿਆਨਤਾ ਦੇ ਗੁਬਾਰ ਹਨੇਰੇ ਨੂੰ ਕੱਟ ਕਰਕੇ ਰੂ ਰੌਸ਼ਨੀ ਕਰ ਦੇਵੇ, ਪ੍ਰਕਾਸ਼ ਕਰ ਦੇਵੇ, ਉਹਦਾ ਨਾਮ ਹੈ ਗੁਰੂ। ਜਦੋਂ ਗੁਰੂ ਪਦ ਨਾਲ ਜੁੜ ਜਾਈਏ ਤੇ ਜੁੜਿਆਂ ਫਿਰ ਉਹ ਆਨੰਦ ਆਉਂਦਾ। ਵਾਹ ਅਸਚਰਜ, ਇਹ ਪੂਰਾ ਸ਼ਬਦ ਮਿਲਾ ਕੇ ਵਾਹਿਗੁਰੂ ਮੰਤਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਵਾਹਿਗੁਰੂ ਮੰਤਰ ਬਣਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਕਵਿਰਾਜ ਕਹਿੰਦੇ ਅਗਿਆਨਤਾ ਦੇ ਹਨੇਰੇ ਨੂੰ ਮੇਟ ਕਰਕੇ ਰੂਹ ਰੌਸ਼ਨੀ ਦਾ ਪ੍ਰਕਾਸ਼ ਕਰ ਦਿੰਦਾ ਹੈ ਜਾਪਕ ਦੇ ਅੰਦਰ,
ਜਿਹੜਾ ਇਹਦੀ ਸਾਧਨਾ ਕਰਦਾ ਏ। ਇਉਂ ਸ੍ਰੀ ਨਾਨਕ ਨਾਮ ਬਨਾਇਓ। ਇਉਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਨਾਮ ਜਿਹੜਾ ਹੈ ਉਹ ਬਣਾਉਣਾ ਕੀਤਾ ਏ। ਸੁਨ ਸ਼ਰੁਤ ਸੰਤਨ ਚਿਤ ਸੁਖ ਪਾਇਓ। ਸੁਣ ਕਰਕੇ ਜਿਹੜੇ ਸਰੋਤੇ ਐ, ਸੰਤ ਹੈ, ਮਹਾਂਪੁਰਖ, ਉਹਨਾਂ ਨੇ ਸੁਣ ਕਰਕੇ ਆਪਣੇ ਹਿਰਦੇ ਦੇ ਅੰਦਰ ਬਹੁਤ ਭਾਰੀ ਸੁੱਖ ਜਿਹੜਾ ਉਸ ਨੂੰ ਪਾਉਣਾ ਕੀਤਾ ਹੈ। ਸਰੋਤਿਆਂ ਨੂੰ ਸੁਣ ਕਰਕੇ ਸੁੱਖ ਪ੍ਰਾਪਤ ਹੋਇਆ ਹੈ। ਮਹਾਂਪੁਰਸ਼ ਜਿਹੜੇ ਸੰਤ ਮਹਾਤਮਾ, ਉਹਨਾਂ ਨੂੰ ਸੁਣ ਕਰਕੇ ਬੜਾ ਆਨੰਦ ਪ੍ਰਾਪਤ ਹੋਇਆ ਹੈ। ਭਾਈ ਗੁਰਦਾਸ ਜੀ ਨੇ ਕਿਹਾ, ਸਤਿਨਾਮ ਦਾ ਚੱਕਰ ਫਿਰਾਇਆ। ਇਹ ਸੱਚੇ ਨਾਮ ਦਾ ਚੱਕਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫੇਰਿਆ। ਵਾਹਿਗੁਰੂ ਮੰਤਰ ਜਿਹੜਾ ਹੈ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵਾਹਿਗੁਰੂ ਮੰਤਰ ਜਿਹੜਾ ਸੀ ਬਖਸ਼ਣਾ ਕੀਤਾ ਲੁਕਾਈ ਦੇ ਤਾਈਂ। ਇਹ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਕਰਨਾ ਕੀਤਾ। ਦੋਹਰਾ ਪੁਨ ਸਰਗੁਣ ਕੇ ਨਾਮ ਤੇ। ਫਿਰ ਕਹਿੰਦੇ ਜਿਹੜੇ ਸਰਗੁਣ ਨਾਮ ਹਨ, ਜੋ ਅਵਤਾਰ ਧਾਰਨ ਕੀਤੇ ਹਨ, ਜਿਵੇਂ 10 ਅਵਤਾਰ ਮੁੱਖ ਹੋਏ ਮੰਨੇ ਗਏ ਹੈ। ਫਿਰ 24 ਅਵਤਾਰਾਂ ਦੀ ਕਥਾ ਹਜ਼ੂਰ ਨੇ ਵੀ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਲਿਖੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਵੇਂ ਕਹਿੰਦੇ ਇਹ ਨਾਮ ਜਿਹੜੇ ਸਰਗੁਣ ਨਾਮ ਪਰਮੇਸ਼ਰ ਦੇ ਕਹੇ ਜਾਂਦੇ ਆ। ਅਦਕ ਜਾਨ ਮਨ ਮਾਹੇ। ਵਾਹਿਗੁਰੂ ਨਾਮ ਜਿਹੜਾ ਨਾ ਅਦਕ ਵੈ, ਵੱਡਾ ਵੈ, ਜਾਣਨਾ ਕਰੋ ਮਨ ਦੇ ਅੰਦਰ। ਪਰਮੇਸ਼ਰ ਦੇ ਸਰਗੁਣ ਨਾਮਾਂ ਦੇ ਵਿੱਚੋਂ ਵੀ ਵਾਹਿਗੁਰੂ ਨਾਮ ਜਿਹੜਾ ਅਦਕ ਵੈ, ਵੱਡਾ ਹੈ, ਜਾਣਨਾ ਕਰੋ। ਜਿਹ ਸਿਮਰਤ ਕਲ ਕਾਲ ਕੇ। ਜਿਸ ਨਾਮ ਦੇ ਸਿਮਰਨੇ ਕਰਕੇ ਕਲਯੁਗ ਦੇ ਸਮੇਂ ਦੇ ਕਲਮਲ ਅਖਲ ਨਿਸਾਹੇ। ਜਿਹੜੇ ਅਖਲ ਸਾਰੇ ਹੀ ਕਲਮਲ ਪਾਪ ਹਨ ਉਹ ਨਾਸ਼ ਹੋ ਜਾਂਦੇ ਐ। ਵਾਹਿਗੁਰੂ ਮੰਤਰ ਐਸਾ ਜਿਹੜਾ ਹੈ ਉਹ ਸ਼ਕਤੀਸ਼ਾਲੀ ਹੈ ਕਿ ਕਲਯੁਗ ਦੇ ਭਿਆਨਕ ਤੋਂ ਭਿਆਨਕ ਪਾਪ ਜਿਹੜੇ ਆ ਉਹਨਾਂ ਦੇ ਨਾਸ਼ ਕਰਨ ਵਾਲਾ ਹੈ। ਵਾਹਿਗੁਰੂ ਮੰਤਰ ਜਿਹੜਾ ਹੈ ਇਹ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਹੈ। ਚੌਪਈ ਵੱਵਾ ਵਾਸੁਦੇਵ ਤੇ ਲੀਨੋ। ਹੁਣ ਕਵੀਰਾਜ ਜੀ ਜਿਹੜੇ ਪਹਿਲੇ ਯੁੱਗਾਂ ਵਿੱਚ ਨਾਮ ਜਪੇ ਜਾਂਦੇ ਸੀ ਉਹਨਾਂ ਦੀ ਬਾਬਤ ਦੱਸਦੇ ਐ। ਜੋ ਵਾਸਦੇਵ ਪਰਮੇਸ਼ਰ ਦਾ ਨਾਮ ਹੈ, ਕਹਿੰਦੇ ਐ ਇਹ ਸਰਗੁਣ ਨਾਮਾਂ ਦਾ ਹੁਣ ਜ਼ਿਕਰ ਕਰਨ ਲੱਗੇ ਐ। ਜਿਵੇਂ ਮਹਾਰਾਜ ਨੇ ਬਾਣੀ ਦੇ ਅੰਦਰ ਵੀ ਬਚਨ ਕਹੇ ਐ, ਵਾਸਦੇਵ ਸਰਬਤਰ ਮੈਂ ਊਣ ਨਾ ਕਤਹੂ ਠਾਏ। ਜੋ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਪਰਮੇਸ਼ਰ, ਉਸ ਨੂੰ ਵਾਸਦੇਵ ਕਿਹਾ ਜਾਂਦਾ ਹੈ। ਜਿਵੇਂ ਇਹ ਕਿਰਤਮ ਨਾਮ ਵੀ ਪਰਮੇਸ਼ਰ ਦੇ ਪਏ ਐ, ਸਰਗੁਣ ਸਰੂਪ ਧਾਰਨ ਕੀਤੇ ਐ। ਜਿਵੇਂ ਇਸ ਪ੍ਰਕਾਰ ਫਿਰ ਦੇਵੀ ਦੇਵਤਿਆਂ ਦੇ ਨਾਮ ਵੀ ਜਿਹੜੇ ਉਹ ਲਏ ਜਾਂਦੇ ਐ, ਪਰ ਸਾਰੇ ਨਾਮਾਂ ਤੋਂ ਵਾਹਿਗੁਰੂ ਨਾਮ ਵਿਸ਼ੇਸ਼ ਹੈ। ਜਿਹੜਾ ਇਹ ਪਰਮੇਸ਼ਰ ਦਾ ਸਤਿਗੁਰਾਂ ਜੀ ਨੇ ਨਾਮ ਉਚਾਰਨ ਕੀਤਾ ਹੈ, ਇਹ ਸਾਰੇ ਨਾਮਾਂ ਦਾ ਜਿਹੜਾ ਹੈ ਮੇਰੂ ਹੈ, ਮਣਕਾ ਤੇ ਸ਼੍ਰੋਮਣੀ ਹੈ ਸਭ ਤੋਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਬਖਸ਼ਿਸ਼ ਕੀਤਾ ਹੁਣ ਇਹ ਸਰਗੁਣ ਨਾਮਾਂ ਤੋਂ ਵਿਸ਼ੇਸ਼ਤਾਈ ਜਿਹੜੀ ਵਾਹਿਗੁਰੂ ਨਾਮ ਦੀ, ਇਹ ਕਵੀਰਾਜ ਦੱਸਦੇ ਹਨ। ਫਿਰ ਪੜੋ। ਵੱਵਾ ਵਾਸੁਦੇਵ ਤੇ ਲੀਨੋ। ਜਿਹੜਾ ਵਾਸਦੇਵ ਜਾਪ ਕੀਤਾ ਜਾਂਦਾ ਸੀਗਾ, ਇਹ ਜਿਹੜਾ ਹੈ ਕਈ ਮਨ ਦੇ ਅੰਦਰ ਸ਼ੰਕਾ ਕਰਦੇ ਹੈ ਕਿ ਤੁਸੀਂ ਵਾਹਿਗੁਰੂ ਮੰਤਰ ਨਾਲੇ ਸਭ ਤੋਂ ਸ਼੍ਰੋਮਣੀ ਕਹਿੰਦੇ ਆ, ਫਿਰ ਨਾਲੇ ਇਹ ਕਹਿੰਦੇ ਆ ਕਿ ਕਵੀਰਾਜ ਨੇ ਵੇਖੋ ਕਿਹਾ ਕਿ ਵਾਸਦੇਵ ਨਾਮ ਦੇ ਵਿੱਚੋਂ ਵਾਵਾ ਅੱਖਰ ਲੈਣਾ ਕੀਤਾ, ਤੇ ਫਿਰ ਉਹਨਾਂ ਮੰਤਰਾਂ ਦਾ ਜਿਹੜਾ ਹੈ ਉਹ ਅਨਾਦੀ ਹੋਏ ਤੇ ਵਾਹਿਗੁਰੂ ਮੰਤਰ ਜਿਹੜਾ ਉਹਨਾਂ ਤੋਂ ਲੈ ਕੇ ਬਣਾਇਆ ਹੈ। ਇਹ ਕਵੀਰਾਜ ਇੱਥੇ ਸਿੱਧ ਕਰ ਰਹੇ ਹੈ ਕਿ ਚੌਹਾਂ ਯੁੱਗਾਂ ਦਾ ਜਾਪ ਸੀਗਾ, ਪਰ ਚੌਹਾਂ ਯੁੱਗਾਂ ਦੇ ਜਾਪ ਦਾ ਇਕੱਠਾ ਹੀ ਮਹਾਤਮ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ। ਭਾਵੇਂ ਕਿ ਪਹਿਲਾਂ ਵੀ ਪਰਮੇਸ਼ਰ ਦੇ ਨਾਮ ਨੂੰ ਜਪਦੇ ਤਾਂ ਸੀਗੇ, ਪਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਸ ਨੂੰ ਪ੍ਰਗਟ ਕੀਤਾ। ਵਾਹਿਗੁਰੂ ਮੰਤਰ ਅਨਾਦੀ ਹੈ, ਇਹਦਾ ਆਦ ਅੰਤ ਕੋਈ ਨਹੀਂ। ਸਤਿਗੁਰਾਂ ਜੀ ਨੇ ਇਸ ਮੰਤਰ ਨੂੰ ਪ੍ਰਗਟ ਕੀਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬਖਸ਼ਿਆ ਹੈ, ਤੇ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਕਿ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਮੰਤਰ ਸੁਣਾਇਆ। ਇਹ ਸੱਚੇ ਪਾਤਸ਼ਾਹ ਜੀ ਨੇ ਨਾ ਇਹ ਵੇਦਾਂ 'ਚ ਸ਼ਾਸਤਰਾਂ 'ਚ ਹੋਰ ਕਿਤੇ ਨਹੀਂ ਆਇਆ। ਇਹ ਵੇਦਾਂ ਸ਼ਾਸਤਰਾਂ ਤੋਂ ਵੀ ਅਗੋਚਰ ਹੈ, ਇਹਨਾਂ ਦੀ ਪਹੁੰਚ ਤੋਂ, ਗ੍ਰੰਥਾਂ ਦੀ ਪਹੁੰਚ ਤੋਂ ਪਰਾਂ ਹੈ ਇਹ ਵਾਹਿਗੁਰੂ ਮੰਤਰ, ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਕਵੀਰਾਜ ਇੱਥੇ ਸਿੱਧ ਕਰਦੇ ਹੈ ਕਿ ਜਿਹੜੇ ਸਾਰੇ ਜਾਪ ਹਨ ਇਹ ਇਸ ਮੰਤਰ 'ਚੋਂ ਹੀ ਨਿਕਲੇ ਹੈ।
ਇਸ ਕਰਕੇ ਜਿਹੜਾ ਵਾਵਾ ਅੱਖਰ ਵੈ ਇਹ ਵਾਸਦੇਵ ਜਾਪ ਜਿਹੜਾ ਹੈ ਪਰਮੇਸ਼ਰ ਦਾ, ਉਥੋਂ ਕਹਿੰਦੇ ਹੈ ਵਾਵੇ ਅੱਖਰ ਤੋਂ ਉਚਾਰਨ ਹੋਇਆ ਹੈ। ਹਰੀ ਬਿਸਨ ਤੇ ਹਾਹਾ ਚੀਨੋ। ਤੇ ਫਿਰ ਹਾਹਾ ਅੱਖਰ ਜਿਹੜਾ ਹੈ ਹਰੀ ਪਰਮੇਸ਼ਰ ਦਾ ਜਿਹੜਾ ਨਾਮ ਹੈ, ਇਸ ਪ੍ਰਕਾਰ ਇਹ ਸਰਗੁਣ ਰੂਪ ਜਿਹੜੇ ਧਾਰਨ ਕੀਤੇ ਹੈ। ਜਿਵੇਂ ਹਰੇ ਕ੍ਰਿਸ਼ਨ ਵੀ ਕਿਹਾ ਜਾਂਦਾ ਸੀਗਾ, ਇਹ ਸਨਾਤਨੀ ਮਤ ਦੇ ਅੰਦਰ ਜਿਹੜੇ ਨਾਮ ਲਏ ਜਾਂਦੇ ਹੈ, ਵਿਸ਼ਨੂੰ ਦਾ ਅਵਤਾਰ ਹੋਏ ਨਾ ਸ਼੍ਰੀ ਕ੍ਰਿਸ਼ਨ ਜੀ, ਇਸ ਤਰ੍ਹਾਂ ਜਿਹੜੇ ਇਹ ਨਾਮ ਲਏ ਜਾਂਦੇ ਹੈ, ਵਿਸ਼ਨ ਨਾਮ ਲਿਆ ਜਾਂਦਾ ਹੈ। ਹਾਹਾ ਅੱਖਰ ਜਿਹੜਾ ਹਰੀ ਤੋਂ ਇਹ ਲੈਣਾ ਕੀਤਾ ਹੈ, ਭਾਵ ਜਿਹੜੇ ਇਹ ਹਰੀ ਜਾਪ ਹੈ, ਵਾਸਦੇਵ ਜਾਪ ਹੈ, ਇਹ ਵੀ ਵਾਹਿਗੁਰੂ ਮੰਤਰ ਤੋਂ ਹੀ ਨਿਕਲੇ ਹੈ। ਇਉਂ ਕਵੀਰਾਜ ਕਹਿੰਦੇ ਹੈ ਕਿ ਭਾਵੇਂ ਇਹ ਇਸ ਪ੍ਰਕਾਰ ਜਣਾ ਰਹੇ ਹੈ ਕਿ ਵਾਹਿਗੁਰੂ ਮੰਤਰ ਦੀ ਮਹਾਨਤਾ ਦੱਸਦੇ ਹੈ ਕਿ ਚੌਹਾਂ ਯੁੱਗਾਂ ਦਾ ਇਕੱਠਾ ਹੀ ਜਾਪ ਹੋ ਜਾਂਦਾ, ਫਲ ਮਿਲ ਜਾਂਦਾ ਜੇ ਵਾਹਿਗੁਰੂ ਮੰਤਰ ਦਾ ਜਾਪ ਕਰੀਏ ਤਾਂ। ਇਹਨਾਂ ਮੰਤਰਾਂ ਦੇ ਜਿਹੜੇ ਹੈ ਹੋਂਦ ਵਾਹਿਗੁਰੂ ਨਾਮ ਕਰਕੇ ਹੀ ਹੈ। ਗੱਗਾ ਗੋਬਿੰਦ ਤੇ ਲਿਓ ਜਾਨੋ। ਤੇ ਗੱਗਾ ਅੱਖਰ ਜਿਹੜਾ ਹੈ ਇਹ ਗੋਬਿੰਦ ਤੋਂ ਲੈਣਾ ਕੀਤਾ ਹੈ, ਜਾਣਨਾ ਕਰੋ। ਭਾਵ ਗੋਬਿੰਦ ਦਾ ਜਾਪ ਜਿਹੜਾ ਹੈ ਉਹ ਗੱਗੇ ਅੱਖਰ ਤੋਂ ਬਣਿਆ ਹੈ। ਰਾਰਾ ਰਾਮਚੰਦ ਮਨ ਮਾਨੋ। ਤੇ ਫਿਰ ਦੁਆਪਰ ਦੇ ਅੰਦਰ ਸ਼੍ਰੀ ਰਾਮਚੰਦਰ ਜੀ ਜਿਹੜੇ ਅਵਤਾਰ ਹੋਏ ਹੈ, ਉਹਨਾਂ ਤੋਂ ਜਿਹੜਾ ਹੈ ਰਾਮਚੰਦਰ ਨਾਮ ਪਰਮੇਸ਼ਰ ਕਰਕੇ ਜਿਹੜਾ ਅਸੀਂ ਸੰਬੋਧਨ ਕਰਦੇ। ਪਰ ਕਵੀਰਾਜ ਕਹਿੰਦੇ ਹੈ ਕਿ ਸ਼੍ਰੀ ਰਾਮਚੰਦਰ ਜੀ ਦੇ ਨਾਮ ਤੋਂ ਵੀ ਜਿਹੜਾ ਨਾ ਇਹ ਵਾਹਿਗੁਰੂ ਮੰਤਰ ਮਹਾਨ ਹੈ। ਅਵਤਾਰਾਂ ਦੇ ਨਾਮ ਤੋਂ ਵੀ ਵਾਹਿਗੁਰੂ ਮੰਤਰ ਵੱਡਾ ਹੈ। ਅਵਤਾਰਾਂ ਦੇ ਸਰਗੁਣ ਨਾਮ ਜਿਹੜੇ ਹੈ ਉਹ ਛੋਟੇ ਹੈ, ਵਾਹਿਗੁਰੂ ਨਾਮ ਮਹਾਨ ਹੈ। ਰਾਰਾ ਅੱਖਰ ਜਿਹੜਾ ਹੈ ਕਹਿੰਦੇ ਇਸ ਤੋਂ ਜਿਹੜਾ ਹੈ ਉਹ ਲੈਣਾ ਕੀਤਾ ਹੈ, ਭਾਵ ਇਹ ਜਿਹੜਾ ਰਾਮ ਦਾ ਨਾਮ ਹੈ ਉਹ ਵੀ ਜਿਹੜਾ ਰਾਰੇ ਅੱਖਰ ਤੋਂ ਕਹਿੰਦੇ ਬਣਿਆ ਹੈ। ਇਸ ਪ੍ਰਕਾਰ ਇਹ ਚੌਹਾਂ ਯੁੱਗਾਂ ਦਾ ਜਾਪ ਕਵੀਰਾਜ ਜੀ ਨੇ ਕਿਹਾ, ਜਿਵੇਂ ਫਰਮਾਉਂਦੇ ਹਨ। ਪੜੋ। ਵਾਸੁਦੇਵ ਸਤਜੁਗ ਮਨ ਨਾਮ। ਹੁਣ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਵੀਰਾਜ ਜੀ ਹੋਰ ਥਾਂ ਤੇ ਵੀ ਇਹ ਜ਼ਿਕਰ ਕਰਦੇ ਹੈ। ਇਉਂ ਫਰਮਾਉਂਦੇ ਹਨ। ਵਾਸੁਦੇਵ ਸਤਜੁਗ ਮਨ ਨਾਮ। ਸਤਜੁਗ ਦੇ ਅੰਦਰ ਸ਼੍ਰੋਮਣੀ ਜਿਹੜਾ ਨਾਮ ਸੀ ਨਾ, ਵਾਸਦੇਵ ਵਾਸਦੇਵ ਕਰਕੇ ਜਪਿਆ ਜਾਂਦਾ ਸੀਗਾ। ਸਤਜੁਗ ਦੇ ਅੰਦਰ ਇਸ ਨਾਮ ਦਾ ਜਾਪ ਕਰਦੇ ਸਨ। ਹਰ ਹਰ ਤ੍ਰੇਤਾ ਹਰ ਹਰ ਤ੍ਰੇਤਾ ਫਲਦ ਅਕਾਮ। ਤੇ ਉਸ ਸਮੇਂ ਫਲ ਦਿੰਦਾ ਸੀ, ਕਾਮਨਾ ਪੂਰੀਆਂ ਕਰਦਾ ਸੀਗਾ ਹਰੀ ਨਾਮ। ਉਸ ਸਮੇਂ ਹਰ ਹਰ ਕਰਕੇ ਜਿਹੜਾ ਸੀ ਨਾ ਇਹ ਜਾਪ ਕਰਦੇ ਸੀ ਪਰਮੇਸ਼ਰ ਦੇ ਨਾਮ ਦਾ। ਦੁਆਪਰ ਗੋਬਿੰਦ ਵਿਜੇ ਪ੍ਰਚੰਡ। ਤੇ ਦੁਆਪਰ ਦੇ ਅੰਦਰ ਫਿਰ ਗੋਬਿੰਦ ਗੋਬਿੰਦ ਨਾਮ ਜਿਹੜਾ ਸੀ ਉਹ ਜਪਦੇ। ਇਸ ਪ੍ਰਕਾਰ ਜਿਹੜਾ ਤਿੱਖਾ ਜਿਹੜਾ ਸੀ ਪ੍ਰਚੰਡ ਵਿਜੇ ਦੇ ਦੇਣ ਵਾਲਾ, ਭਾਵ ਜਿਹੜਾ ਸੀ ਆਸੁਰੀ ਸੰਪਦਾ ਦੇ ਉੱਤੇ ਫਤਿਹ ਪਾਉਣ ਵਾਲਾ, ਇਹ ਦੁਆਪਰ ਦੇ ਅੰਦਰ ਜਪਦੇ ਸੀ। ਤ੍ਰੇਤੇ ਦੇ ਅੰਦਰ ਹਰੀ ਹਰੀ ਜਪਦੇ ਸੀ। ਸਤਜੁਗ ਦੇ ਅੰਦਰ ਵਾਸਦੇਵ ਵਾਸਦੇਵ ਜਪਦੇ ਸਨ। ਕਲ ਕੇਵਲ ਰਾਕਾਰ ਅਖੰਡ। ਤੇ ਕਲਯੁਗ ਦੇ ਅੰਦਰ ਕੇਵਲ ਫਿਰ ਰਾਮ ਦਾ ਨਾਮ ਜਪਦੇ ਆ। ਰਾਮ ਰਾਮ ਕਰਕੇ ਜਿਹੜਾ ਜਪਿਆ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਚੌਹਾਂ ਯੁੱਗਾਂ ਦੇ ਮੰਤਰ ਦਾ ਇਕੱਠਾ ਫਲ ਜਿਹੜਾ ਪ੍ਰਾਪਤ ਹੋਵੇ। ਵਾਹਿਗੁਰੂ ਮੰਤਰ ਅਨਾਦੀ ਹੈ। ਵਾਹਿਗੁਰੂ ਮੰਤਰ ਤੋਂ ਹੀ ਇਹ ਸਾਰੇ ਜਾਪ ਜਿਹੜੇ ਅੱਗੇ ਬਣੇ ਹੈ। ਸਤਿਗੁਰਾਂ ਜੀ ਨੇ ਉਹ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ ਜਿਹੜਾ ਵੇਦਾਂ ਤੇ ਕਿਤਾਬਾਂ ਤੋਂ ਅਗੋਚਰ ਹੈ। ਨਾ ਮੁਸਲਮਾਨਾਂ ਦੀਆਂ ਕਿਤੇ ਕਿਤਾਬਾਂ ਵਿੱਚ ਆਇਆ ਹੈ, ਨਾ ਵੇਦਾਂ ਸ਼ਾਸਤਰਾਂ ਪੁਰਾਣਾਂ ਦੇ ਅੰਦਰ ਆਇਆ ਹੈ। ਇਹਨਾਂ ਦੀ ਪਹੁੰਚ ਤੋਂ ਉੱਪਰ ਵਾਹਿਗੁਰੂ ਮੰਤਰ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕਰਕੇ ਬਖਸ਼ਿਸ਼ ਕੀਤਾ ਆਪਣੇ ਸਿੱਖਾਂ ਨੂੰ। ਵੇਦ ਚਤੁਰ ਯੁਗ ਜਿਹ ਨਿਸਤਾਰੇ। ਜਿਹੜੇ ਚੌ ਯੁਗ ਤੇ ਚਾਰੇ ਵੇਦ ਜਿਸ ਨਾਮ ਨੇ ਤਾਰੇ ਆ। ਵਾਹਿਗੁਰੂ ਅਵਲੰਬ ਹਮਾਰੇ। ਉਹ ਵਾਹਿਗੁਰੂ ਅਵਲੰਬ ਸਾਡਾ ਆਸਰਾ ਹੈ। ਵੇਖ ਲੋ ਜਿਸ ਨਾਮ ਕਰਕੇ ਜਿਹੜੇ ਆ ਸਾਰੇ ਤਰਦੇ ਆ। ਚੌਹਾਂ ਯੁੱਗਾਂ ਦੇ ਅੰਦਰ ਜੀਵਾਂ ਦਾ ਭਲਾ ਹੋਇਆ। ਉਹ ਨਾਮ ਕੀ ਹੈ? ਵਾਹਿਗੁਰੂ। ਵਾਹਿਗੁਰੂ ਦਾ ਸਾਨੂੰ ਅਵਲੰਬ ਆਸਰਾ। ਕਵੀਰਾਜ ਕਹਿੰਦੇ ਸਾਨੂੰ ਹੋਰ ਕਿਸੇ ਦੇਵੀ ਦੇਵਤੇ ਦਾ ਆਸਰਾ ਨਹੀਂ। ਹੋਰ ਕਿਸੇ ਅਸੀਂ ਭਾਵੇਂ ਕਿ ਸਰਗੁਣ ਸਰੂਪ ਧਾਰਨ ਕੀਤੇ ਹੈ, ਪਰ ਸਰਗੁਣ ਸਰੂਪਾਂ ਦਾ ਨਾਮਾਂ ਦਾ ਜਿਹੜਾ ਹੈ ਨਾ ਉਹ ਜ਼ਿਕਰ ਤਾਂ ਆਉਂਦਾ ਹੈ ਵਾਹਿਗੁਰੂ ਜੀ ਦੇ, ਪਰਮੇਸ਼ਰ ਦੇ,
ਕਿਉਂਕਿ ਕਈ ਨਰਾਦਰ ਕਰਦੇ ਆ। ਨਰਾਦਰ ਨਹੀਂ ਕਿਸੇ ਵੀ ਨਾਮ ਦਾ ਕਰਨਾ ਚਾਹੀਦਾ, ਸਾਰੇ ਨਾਮ ਸਤਿਕਾਰਯੋਗ ਵੈ। ਸਤਿਗੁਰਾਂ ਜੀ ਨੇ ਇਸੇ ਕਰਕੇ ਉਹਨਾਂ ਨਾਮਾਂ ਨੂੰ ਬਾਣੀ ਦੇ ਅੰਦਰ ਉਚਾਰਨ ਵੀ ਕੀਤਾ ਹੈ। ਪਰ ਜਿਹੜਾ ਗੁਰਮੰਤਰ ਹੈ ਉਹ ਵਾਹਿਗੁਰੂ ਹੈ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰਨਾ, ਉਹ ਇਹ ਨਹੀਂ ਕਿ ਰਾਮ ਰਾਮ ਹਰੀ ਹਰੀ ਕ੍ਰਿਸ਼ਨ ਕ੍ਰਿਸ਼ਨ ਜਾਂ ਹੋਰ ਕੋਈ ਮੰਤਰ ਜਿਹੜੇ ਆ ਜਪਣੇ ਕਿ ਅਖੇ ਜੀ ਇਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਕਿਉਂਕਿ ਕਈ ਇਹੋ ਜਿਹੇ ਫਿਰਕੇ ਚੱਲੇ ਸੀਗੇ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਕੋਈ ਵੀ ਬਾਣੀ ਦਾ ਇੱਕ ਸ਼ਬਦ ਲੈ ਕਰਕੇ ਤੇ ਜਿਵੇਂ ਪ੍ਰੀਤ ਸ਼ਬਦ ਆਉਂਦਾ ਹੈ ਉਹ ਫਿਰ ਜਪਾਉਂਦੇ ਸੀ, ਪ੍ਰੀਤ 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 ਪ੍ਰੀਤ, ਇਉਂ ਜਾਪ ਕਰਾਉਂਦੇ। ਇਹ ਸੱਚੇ ਪਾਤਸ਼ਾਹ ਸਾਨੂੰ ਆਗਿਆ ਨਹੀਂ ਕੀਤੀ। ਜੋ ਗੁਰੂ ਸਾਹਿਬ ਨੇ ਆਗਿਆ ਕੀਤੀ ਹੈ, ਗੁਰਬਾਣੀ ਦਾ ਸਤਿਗੁਰਾਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਾਹਿਗੁਰੂ ਜੀ ਦਾ ਜੋ ਸਰੂਪ ਹੈ ਉਹ ਗੁਰਬਾਣੀ ਸਾਨੂੰ ਦਰਸਾਉਂਦੀ ਹੈ। ਸ਼ਬਦ ਸਾਨੂੰ ਨਿਰੰਕਾਰ ਦਾ ਸਪਰਸ਼ ਦਿੰਦਾ ਹੈ। ਤੇ ਜਿਹੜਾ ਜਪਣਾ ਹੈ ਨਾ, ਬਾਰ-ਬਾਰ ਮੰਤਰ ਦਾ ਜਿਹੜਾ ਜਾਪ ਕਰਨਾ ਹੈ, ਉਹ ਵਾਹਿਗੁਰੂ ਮੰਤਰ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਤੇ ਜਦੋਂ ਬਾਣੀ ਦਾ ਜਪਣਾ ਹੈ ਉਦੋਂ ਫਿਰ ਬਾਣੀ ਜਿਹੜੀ ਹੈ ਨਿਰੋਲ ਪੜ੍ਹਨੀ ਹੈ। ਇੱਕ ਸ਼ਬਦ ਦਾ ਜਿਹੜਾ ਅਭਿਆਸ ਕਰਨਾ ਹੈ ਉਹ ਵਾਹਿਗੁਰੂ ਮੰਤਰ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਜੇ ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਕਰਨਾ ਫਿਰ ਪੂਰਾ ਪੂਰਾ ਸ਼ਬਦ ਦਾ ਅਭਿਆਸ ਕਰੀਦਾ ਹੈ ਜਾਂ ਪੂਰੀ ਪੂਰੀ ਪੰਕਤੀ ਦਾ ਅਭਿਆਸ ਕਰੀਦਾ ਹੈ। ਤੇ ਜੇ ਵਿੱਚੋਂ ਕੇਵਲ ਇੱਕ ਸ਼ਬਦ ਲੈ ਕਰਕੇ ਕਹੇ ਕਿ ਮੈਂ ਇਹਦਾ ਅਭਿਆਸ ਕਰਾਂ, ਗੁਰਮੰਤਰ ਦੀ ਤਰ੍ਹਾਂ ਜਪਾਂ, ਇਹ ਗੁਰੂ ਸਾਹਿਬ ਦੀ ਆਗਿਆ ਨਹੀਂ। ਇਹ ਬਰੀਕੀ ਵਾਲੀਆਂ ਗੱਲਾਂ ਜਿਹੜੀਆਂ ਉਹ ਸਮਝਣੀਆਂ ਚਾਹੀਦੀਆਂ ਗੁਰਸਿੱਖਾਂ ਨੂੰ। ਸੱਚੇ ਪਾਤਸ਼ਾਹ ਜੀ ਦਾ ਜੇ ਸ਼ਬਦ ਦਾ ਅਭਿਆਸ ਕਰਨਾ ਫਿਰ ਪੂਰੇ ਸ਼ਬਦ ਦਾ ਅਭਿਆਸ ਕਰੇ, ਪੂਰੀ ਬਾਣੀ ਦਾ ਜਾਪ ਕਰੇ। ਜੋ ਤਾਤਪਰਜ ਸ਼ਬਦ ਵਿੱਚੋਂ ਨਿਕਲ ਰਿਹਾ ਉਹ ਪੂਰਾ ਤਾਤਪਰਜ ਰੱਖ ਕਰਕੇ ਫਿਰ ਉਨੀਆਂ ਪੰਕਤੀਆਂ ਜਿਹੜੀਆਂ ਉਹ ਜਪਣਾ ਕਰੇ ਕਿ ਨਹੀਂ। ਅਰਥ ਜਿਹੜਾ ਹੈ ਸਪਸ਼ਟ ਕਈ ਵਾਰ ਦੋ ਪੰਕਤੀਆਂ ਵਿੱਚ ਹੁੰਦਾ, ਇੱਕ ਪੰਕਤੀ ਵਿੱਚ ਪ੍ਰਸ਼ਨ ਹੁੰਦਾ, ਦੂਸਰੀ ਵਿੱਚ ਉੱਤਰ ਹੁੰਦਾ। ਇਸ ਕਰਕੇ ਉਹ ਤਾਤਪਰਜ ਨੂੰ, ਉਸ ਅਰਥ ਨੂੰ ਜਿੱਥੇ ਤੱਕ ਮਹਾਰਾਜ ਸਪਸ਼ਟ ਕਰਦੇ ਆ ਫਿਰ ਪੂਰਾ ਉਸ ਦਾ ਜਾਪ ਕਰੇ। ਤੇ ਜਿਹੜਾ ਕੇਵਲ ਗੁਰਮੰਤਰ ਦਾ ਜਦੋਂ ਜਾਪ ਕਰਨਾ ਹੈ ਉਹ ਗੁਰਮੰਤਰ ਕੇਵਲ ਵਾਹਿਗੁਰੂ ਮੰਤਰ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਆਪਣੇ ਸਿੱਖਾਂ ਨੂੰ। ਤੇ ਇਹਦੇ ਉੱਤੇ ਮੋਹਰ ਛਾਪ ਜਿਹੜੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਾਈ ਹੈ। ਉਹਨਾਂ ਆਖਿਆ ਕਿ ਵਾਹਿਗੁਰੂ ਗੁਰਮੰਤਰ ਹੈ। ਗੁਰਮੰਤਰ ਸਿੱਖਾਂ ਵਾਸਤੇ ਵਾਹਿਗੁਰੂ ਹੈ। ਇਸ ਕਰਕੇ ਜਦੋਂ ਅੰਮ੍ਰਿਤ ਵੇਲੇ ਜਾਪ ਕਰਨਾ ਹੈ ਨਾਮ ਦਾ, ਵਾਹਿਗੁਰੂ ਵਾਹਿਗੁਰੂ ਹੀ ਜਪਣਾ ਹੈ। ਇਹ ਕਵੀਰਾਜ ਸਪਸ਼ਟ ਕਰ ਰਹੇ ਹਨ ਕਿ ਸਾਨੂੰ ਤਾਂ ਅਵਲੰਬ ਆਸਰਾ ਜਿਹੜਾ ਹੈ ਨਾ, ਇਹ ਫਿਰ ਪੰਕਤੀ ਪੜੋ ਅਖੀਰਲੀ। ਵਾਹਿਗੁਰੂ ਅਵਲੰਬ ਹਮਾਰੇ, ਕਹਿੰਦੇ ਸਾਡਾ ਅਵਲੰਬ ਆਸਰਾ ਤਾਂ ਕੇਵਲ ਵਾਹਿਗੁਰੂ ਮੰਤਰ ਹੈ, ਹੋਰ ਸਾਨੂੰ ਕੋਈ ਆਸਰਾ ਨਹੀਂ ਹੈ। ਚਤੁਰ ਵਰਨ ਕੋ ਏਕ ਬਣਾਇਆ, ਕਹਿੰਦੇ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਚੌਹਾਂ ਅੱਖਰਾਂ ਦਾ ਇੱਕ ਸ਼ਬਦ ਮਹਾਰਾਜ ਜੀ ਨੇ ਬਣਾ ਦਿੱਤਾ। ਵਾਵਾ, ਹਾਹਾ, ਗੱਗਾ ਤੇ ਰਾਰਾ। ਇਹ ਸੱਚੇ ਪਾਤਸ਼ਾਹ ਜੀ ਨੇ ਚਾਰ ਜਿਹੜੇ ਵਰਨ ਸੀ ਨਾ, ਚਾਰ ਅੱਖਰ, ਇਹ ਸਤਿਗੁਰਾਂ ਜੀ ਨੇ ਇਕੱਠੇ ਕੀਤੇ। ਇੱਕ ਸਤਿਗੁਰਾਂ ਜੀ ਨੇ ਇਹਨਾਂ ਨੂੰ ਬਣਾਉਣਾ ਕੀਤਾ। ਫਲਦਾਇਕ ਇਹ ਅਦਕ ਸੁਹਾਇਆ, ਇਹ ਬੌਲਾ ਹੀ ਫਲਦਾਇਕ ਤੇ ਅਦਕ ਬਹੁਤਾ ਹੀ ਸੋਹਣਾ ਫੱਬਿਆ। ਸਤਿਗੁਰਾਂ ਜੀ ਨੇ ਜੋ ਮੰਤਰ ਬਖਸ਼ਿਸ਼ ਕੀਤਾ ਵਾਹਿਗੁਰੂ, ਇਹ ਬਹੁਤ ਜ਼ਿਆਦਾ ਫਲਦਾਇਕ ਵੈ। ਇਹ ਗਮਤਾ ਨਹੀਂ ਕੀਤੀ ਜਾ ਸਕਦੀ ਕਿ ਵਾਹਿਗੁਰੂ ਦੇ ਜਪਣ ਨਾਲ ਕਿੱਡਾ ਕੁ ਵੱਡਾ ਫਲ ਪ੍ਰਾਪਤ ਹੁੰਦਾ ਹੈ। ਇਹਦੀ ਬਾਬਤ ਤਾਂ ਮਹਾਰਾਜ ਜੀ ਨੇ ਫਿਰ ਆਖਿਆ ਨਾ ਕਿ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਕੋਈ ਕੀਮਤ ਨਹੀਂ ਕਥਨ ਕਰ ਸਕਦਾ ਹੈ। ਵਾਹਿਗੁਰੂ ਮੰਤਰ ਇਹੋ ਜਿਹਾ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ। ਚੌਹਾਂ ਜਿਹੜਾ ਅੱਖਰਾਂ ਨੂੰ ਸਤਿਗੁਰਾਂ ਜੀ ਨੇ ਇਕੱਠਿਆਂ ਕਰਕੇ ਤੇ ਇੱਕ ਮੰਤਰ ਮਹਾਰਾਜ ਜੀ ਨੇ ਬਣਾਇਆ ਹੈ। ਇਹ ਬਹੁਤ ਜ਼ਿਆਦਾ ਫਲਦਾਇਕ ਤੇ ਸੋਹਣਾ ਫੱਬਿਆ ਹੈ ਵਾਹਿਗੁਰੂ ਮੰਤਰ, ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ। ਚਤੁਰ ਨਾਮ ਸਿਮਰਨ ਕੇ ਏਕੂ, ਤੇ ਇਹ ਜਿਹੜਾ ਹੈ ਚਤੁਰ ਨਾਮ, ਚਾਰੇ ਨਾਮਾਂ ਦਾ ਸਿਮਰਨ ਜਿਹੜਾ ਹੈ ਨਾ, ਇੱਕ ਵਾਹਿਗੁਰੂ ਮੰਤਰ ਦੇ ਸਿਮਰਨ ਨਾਲ ਹੀ ਹੋ ਜਾਂਦਾ ਹੈ। ਜਿਵੇਂ ਹਾਥੀ ਦੇ ਪੈੜ ਵਿੱਚ ਸਾਰੀਆਂ ਹੀ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ ਨੇ, ਇਵੇਂ ਜਿਨ ਵਾਹਿਗੁਰੂ ਜਪ ਲਿਆ ਉਹਨੇ ਸਾਰੇ ਸਰਗੁਣ ਨਾਮ ਜਪ ਲਏ, ਉਹਨੇ ਸਾਰੇ ਨਿਰਗੁਣ ਨਾਮ ਵੀ ਜਪ ਲਏ। ਤੇ ਜਿਹੜਾ ਹੁਣ ਵੱਖਰਾ ਵੱਖਰਾ ਕਰਕੇ ਕੋਈ ਜਾਪਕ ਜਾਪ ਕਰਦਾ ਹੈ ਤੇ ਉਹਨੂੰ ਫਿਰ ਉਸੇ ਨਾਮ ਦਾ ਹੀ ਫਲ ਪ੍ਰਾਪਤ ਹੁੰਦਾ ਹੈ ਜਿਹੜੀ ਉਹਦੇ ਵਿੱਚੋਂ ਸ਼ਕਤੀ ਪ੍ਰਕਾਸ਼ਦੀ ਹੈ। ਜਿਹੋ ਜੀ ਇੱਛਾ ਰੱਖ ਕੇ ਕੋਈ ਜਾਪ ਕਰਦਾ,
ਕਿਉਂਕਿ ਪਰਮੇਸ਼ਰ ਤਾਂ ਅਨੰਤ ਵੈ, ਬੇਅੰਤ ਵੈ, ਉਹਦੇ ਅੰਤ ਨੂੰ ਪਾਇਆ ਨਹੀਂ ਜਾ ਸਕਦਾ। ਸੱਚੇ ਪਾਤਸ਼ਾਹ ਜੀ ਨੇ ਉਸ ਅਨੰਤ ਪਰਮੇਸ਼ਰ ਤੱਕ ਪਹੁੰਚਣ ਵਾਸਤੇ ਸਤਿਗੁਰਾਂ ਸਾਨੂੰ ਗੁਰ ਮੰਤਰ ਦੇਣਾ ਕੀਤਾ ਹੈ, ਕਿਉਂਕਿ ਗੁਰੂ ਜੀ ਦੇ ਮੰਤਰ ਤੋਂ ਬਿਨਾਂ ਉਸ ਦੇਸ਼ ਦੀ ਸੋਝੀ ਨਹੀਂ ਪੈਂਦੀ ਹੈ। ਇਸ ਕਰਕੇ ਆਪਣੀ ਮਨਮਰਜ਼ੀ ਨਹੀਂ ਵਰਤਣੀ ਚਾਹੀਦੀ। ਜੋ ਗੁਰੂ ਸਾਹਿਬ ਨੇ ਮੰਤਰ ਬਖਸ਼ਿਸ਼ ਕੀਤਾ ਨਾ, ਵਾਹਿਗੁਰੂ ਮੰਤਰ, ਉਹਦਾ ਸਾਨੂੰ ਜਾਪ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਬੀਰਾਜ ਫਰਮਾਉਂਦੇ ਹਨ, ਇਸੇ ਪ੍ਰਕਾਰ ਹੀ ਚਤੁਰ ਨਾਮ ਸਿਮਰਨ ਕੇ ਏਕੂ। ਚਤੁਰ ਨਾਮ ਜਿਹੜੇ 4 ਨਾਮ ਹਨ, ਇੱਕੋ ਵਾਹਿਗੁਰੂ ਮੰਤਰ ਦੇ ਸਿਮਰਨ ਨਾਲ ਹੀ ਉਹਨਾਂ ਦਾ ਸਿਮਰਨ ਹੋ ਜਾਂਦਾ ਹੈ। ਭਾਵ 4 ਯੁੱਗਾਂ ਦੇ ਇਕੱਠਾ ਹੀ ਫਲ ਪ੍ਰਾਪਤ ਹੁੰਦਾ, 4 ਯੁੱਗਾਂ ਦੇ ਜਾਪ ਦਾ। ਔਰ ਧਾਰੇ ਜਿਸ ਹੋਤ ਵਿਵੇਕੂ। ਜਿਹੜਾ ਹਿਰਦੇ ਵਿੱਚ ਧਾਰਨ ਕਰ ਲਵੇ ਵਾਹਿਗੁਰੂ ਨਾਮ ਨੂੰ, ਉਹਨੂੰ ਫਿਰ ਵਿਵੇਕ ਹੋ ਜਾਂਦਾ ਹੈ, ਗਿਆਨ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਸੋਰਠਾ ਸ੍ਰੀ ਸਰਗੁਣ ਜੇ ਨਾਮ। ਜਿਹੜੇ ਸ਼੍ਰੀ ਸ਼੍ਰੋਮਣੀ ਪਰਮੇਸ਼ਰ ਦੇ ਸਰਗੁਣ ਨਾਮ ਹਨ, ਤਿਨ ਤੇ ਇਹੋ ਜਾਣਿਓ ਅਧਿਕ। ਇਸ ਕਰਕੇ ਇਸ ਤਰ੍ਹਾਂ ਉਹਨਾਂ ਸਾਰੇ ਸਰਗੁਣ ਨਾਮਾਂ ਤੋਂ ਪਰਮੇਸ਼ਰ ਦਾ ਜਿਹੜਾ ਵਾਹਿਗੁਰੂ ਨਾਮ ਹੈ ਉਹਨੂੰ ਅਧਿਕ ਜਾਣਨਾ ਕਰੋ, ਵੱਡਾ ਜਾਣਨਾ ਕਰੋ। ਔਰ ਅਰਥ ਮਤ ਧਾਮ। ਹੋਰ ਅਰਥ ਵੀ ਜਿਹੜੇ ਮਤ ਦੇ, ਬੁੱਧੀ ਦੇ ਧਾਮ ਘਰ ਹਨ, ਵਿਦਵਾਨ ਪੁਰਖ ਕਰਹਿ ਸੁਖਦ ਅਨੰਤ ਗਤ। ਉਹ ਸੁਖ ਦੇ ਸਹਿਤ ਕਰਦੇ ਹਨ, ਬੜੇ ਹੀ ਸੌਖੇ, ਜਿਹੜੇ ਇਸ ਪ੍ਰਕਾਰ ਅਨੰਤ ਪਰਮੇਸ਼ਰ ਦਾ ਜੋ ਨਾਮ ਹੈ ਵਾਹਿਗੁਰੂ, ਵਾਹਿਗੁਰੂ ਮੰਤਰ ਦੇ ਹੋਰ ਵੀ ਸੁਖੈਨ ਅਰਥ ਜਿਹੜੇ ਹਨ ਨਾ, ਬੜੇ ਬੁੱਧੀਵਾਨ ਜਿਹੜੇ ਵਿਦਵਾਨ ਹਨ ਉਹ ਕਰਦੇ ਹਨ। ਦੋਹਰਾ ਬੀਜ ਮੰਤਰ ਬਰ ਨਾਮ ਹੈ। ਫਿਰ ਕੀ ਅਰਥ ਕਰਦੇ ਆ ਜਿਹੜੇ ਵਿਦਵਾਨ ਪੁਰਖ ਆ? ਕਵੀਰਾਜ ਕਹਿੰਦੇ ਵਿਦਵਾਨ ਪੁਰਖ ਜਿਹੜੇ ਹੋਰ ਵੀ ਸੌਖੇ ਢੰਗ ਦੇ ਨਾਲ ਜਿਹੜੇ ਆ ਨਾ, ਅਨੰਤ ਪਰਮੇਸ਼ਰ ਦੇ ਵਾਹਿਗੁਰੂ ਨਾਮ ਦਾ ਜਿਹੜਾ ਅਰਥ ਵੈ ਉਹ ਇਸ ਤਰ੍ਹਾਂ ਸੌਖੇ ਢੰਗ ਨਾਲ ਹੋਰ ਵੀ ਕਰਦੇ ਆ। ਕਿਸ ਤਰ੍ਹਾਂ ਕਰਦੇ ਹੋ? ਕਵੀਰਾਜ ਜ਼ਿਕਰ ਕਰਦੇ ਹਨ। ਬੀਜ ਮੰਤਰ ਬਰ ਨਾਮ ਹੈ। ਕਹਿੰਦੇ ਬਰ ਜਿਹੜਾ ਸ਼੍ਰੇਸ਼ਟ ਵਾਹਿਗੁਰੂ ਨਾਮ ਹੈ ਨਾ, ਇਹੀ ਬੀਜ ਮੰਤਰ ਵੈ। ਬੀਜ ਮੰਤਰ ਸਤਿਗੁਰਾਂ ਜੀ ਨੇ ਇੱਕ ਓੰਕਾਰ ਜਿਹੜਾ ਹੈ ਉਹ ਉਚਾਰਨ ਕੀਤਾ ਹੈ, ਤੇ ਕਵੀਰਾਜ ਇੱਥੇ ਗੁਰਮੰਤਰ ਨੂੰ ਵੀ ਬੀਜ ਮੰਤਰ ਕਹਿੰਦੇ ਆ, ਕਿਉਂਕਿ ਬੀਜ ਤੋਂ ਹੀ ਅੱਗੇ ਫਲ ਪ੍ਰਫੁੱਲਤ ਹੁੰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਵੀ ਬੀਜ ਮੰਤਰ ਜਿਹੜਾ ਹੈ ਉਹ ਕਥਨ ਕੀਤਾ ਜਾਂਦਾ ਹੈ। ਕਵੀਰਾਜ ਕਹਿੰਦੇ ਬਰ ਜਿਹੜਾ ਸ਼੍ਰੇਸ਼ਟ ਵਾਹਿਗੁਰੂ ਨਾਮ ਹੈ ਨਾ, ਇਹ ਬੀਜ ਮੰਤਰ ਵੈ। ਰਿੱਧਨ ਸਿੱਧਨ ਧਾਮ। ਸਾਰੀਆਂ ਹੀ ਰਿੱਧੀਆਂ ਸਿੱਧੀਆਂ ਦਾ ਧਾਮ ਵੈ, ਘਰ ਵੈ। ਵਾਹਿਗੁਰੂ ਮੰਤਰ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਜਿਹੜੀਆਂ ਹਨ ਨਾ ਉਹ ਵਸਦੀਆਂ। ਵਾਹਿਗੁਰੂ ਨਾਮ ਜਿਹੜਾ ਇਹਨਾਂ ਦਾ ਘਰ ਹੈ, ਰਿੱਧੀਆਂ ਸਿੱਧੀਆਂ ਦਾ। ਮੋਖ ਪਰਮ ਸੁਖ ਦੇਤ ਹੈ। ਫਿਰ ਮੁਕਤੀ ਰੂਪੀ ਜਿਹੜਾ ਹੈ ਨਾ, ਉਹ ਮੋਕਸ਼ ਦਾ ਪਰਮ ਸੁਖ ਜਿਹੜਾ ਆਨੰਦ, ਵੱਡਾ ਸੁਖ, ਆਤਮਕ ਆਨੰਦ, ਉਹ ਦੇਣ ਵਾਲਾ ਹੈ ਵਾਹਿਗੁਰੂ ਨਾਮ। ਇੱਕ ਤਾਂ ਰਿੱਧੀਆਂ ਸਿੱਧੀਆਂ ਸੰਪੂਰਨ ਝੱਟ ਹੋ ਜਾਂਦੀਆਂ ਹਨ, ਤੇ ਜਿਹੜੇ ਰਿੱਧੀਆਂ ਸਿੱਧੀਆਂ ਨੂੰ ਫਿਰ ਤਿਆਗ ਕਰਕੇ ਭਜਨ 'ਚ ਜੁੜੇ ਹੀ ਰਹਿੰਦੇ ਆ, ਵਾਹਿਗੁਰੂ ਮੰਤਰ ਦਾ ਜਾਪ ਨਹੀਂ ਛੱਡਦੇ, ਉਹਨਾਂ ਨੂੰ ਫਿਰ ਮੁਕਤੀ ਪ੍ਰਦਾਨ ਕਰਦਾ ਹੈ। ਜਿਹੜੇ ਫਿਰ ਕਹਿੰਦੇ ਮਹਾਰਾਜ ਸਾਨੂੰ ਮੁਕਤ ਵੀ ਨਹੀਂ ਚਾਹੀਦੀ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਫਿਰ ਗਰੀਬ ਨਵਾਜ ਜੀਵਨ ਦੇ ਅੰਦਰ ਇਹੋ ਜੀ ਦਾਤ ਦੇ ਦਿੰਦੇ ਹੈ ਕਿ ਉਹ ਸਰੀਰ ਦੇ ਵਿੱਚ ਹੀ ਮੁਕਤ ਪੁਰਖ ਹੋ ਜਾਂਦੇ ਹੈ। ਇਹੋ ਜੀ ਦਾਤ ਦਿੰਦੇ ਆ ਉਹਨਾਂ ਨੂੰ, ਆਤਮਿਕ ਆਨੰਦ ਦਾ ਵੱਡਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਇਹ ਵਾਹਿਗੁਰੂ ਨਾਮ ਬਖਸ਼ਣ ਵਾਲਾ ਹੈ ਆਤਮਿਕ ਆਨੰਦ ਨੂੰ ਅਤੇ ਮੋਕਸ਼ ਪਦਵੀ ਨੂੰ। ਸਿਮਰੋ ਆਠੋ ਜਾਮ। ਇਸ ਕਰਕੇ ਕਵੀਰਾਜ ਕਹਿੰਦੇ ਭਾਈ ਗੁਰਸਿੱਖੋ ਸਿਮਰੋ ਇਸ ਨਾਮ ਨੂੰ, ਵਾਹਿਗੁਰੂ ਮੰਤਰ ਨੂੰ, 8 ਹੀ ਜਾਮ, 8 ਹੀ ਪਹਿਰ, 4 ਪਹਿਰ ਦਿਨ, 4 ਪਹਿਰ ਰਾਤ, ਇਹ 8 ਹੀ ਪਹਿਰ ਕਹਿੰਦੇ ਵਾਹਿਗੁਰੂ ਮੰਤਰ ਨੂੰ ਵਿਸਾਰਨਾ ਨਹੀਂ ਚਾਹੀਦਾ। ਵਾਹਿਗੁਰੂ ਮੰਤਰ ਨੂੰ 8 ਪਹਿਰ ਹੀ ਜਪਣਾ ਕਰੋ। ਚੌਪਈ ਅੱਖਰ ਮధుਰ ਮਨੋਹਰ ਚਾਰ। ਕਹਿੰਦੇ ਅੱਖਰ ਜਿਹੜੇ ਹਨ ਨਾ, ਇਹ ਜਿਹੜੇ ਵਾ ਵਾ ਹਾ ਹਾ ਗੱਗਾ ਤੇ ਰਾਰਾ, ਇਹ ਬੜੇ ਮਧੁਰ ਮਿੱਠੇ ਹੈ, ਕਿਉਂਕਿ ਇਹ ਬੜੇ ਕੋਮਲ ਹਨ, ਬੜੇ ਹੀ ਮਨ ਨੂੰ ਹਰਨ ਵਾਲੇ, ਮਨ ਨੂੰ ਆਕਰਸ਼ਿਤ ਕਰਨ ਵਾਲੇ, ਬੜੇ ਹੀ ਚਾਰ ਸੁੰਦਰ ਹਨ। ਕਿਉਂਕਿ ਜਿੱਦਾਂ ਚੁਬਕ ਹੁੰਦੀ ਹੈ ਨਾ, ਉਹ ਆਪਣੇ ਵੱਲ ਖਿੱਚ ਲੈਂਦੀ ਹੈ ਲੋਹੇ ਨੂੰ, ਇਵੇਂ ਹੀ ਵਾਹਿਗੁਰੂ ਨਾਮ ਜਿਹੜਾ ਹੈ ਇਹ 4 ਅੱਖਰਾ ਮੰਤਰ,
ਇੰਨਾ ਜ਼ਿਆਦਾ ਮਧੁਰ ਮਿੱਠਾ ਹੈ, ਕਿਉਂਕਿ ਜਦੋਂ ਇਹਦਾ ਜਾਪ ਕਰੀਏ ਨਾ, ਕਵੀਰਾਜ ਜਿਸ ਕਮਾਈ ਨੂੰ ਆਪ ਕੀਤਾ ਹੈ ਉਹ ਆਪਣੀ ਕਲਮ ਤੋਂ ਲਿਖ ਰਹੇ ਹੈ, ਕਿਉਂਕਿ ਕਵੀਰਾਜ ਵਾਹਿਗੁਰੂ ਮੰਤਰ ਦੇ ਜਾਪਕ ਹਨ, ਪਰਮੇਸ਼ਰ ਦੇ ਨਾਮ ਦੇ ਅਭਿਆਸੀ ਹੈ। ਕਵੀਰਾਜ ਜੀ ਕਹਿੰਦੇ ਹੈ ਇਹ ਇਹੋ ਜਿਹੇ ਕੋਮਲ ਹਨ ਚੌਹੇ ਹੀ ਅੱਖਰ, ਜਦੋਂ ਵਾਹਿਗੁਰੂ ਆਪਣੇ ਮੁਖ ਤੋਂ ਉਚਾਰਨ ਕਰੀਦਾ ਹੈ, ਕਹਿੰਦੇ ਨੇ ਕਿ ਇੰਨੀ ਜਲਦੀ ਮਿੱਠਾ ਰਸ ਪ੍ਰਗਟ ਹੁੰਦਾ ਹੈ ਕਿ ਹੋਰ ਨਾਮ ਦੇ ਜਪਣੇ ਕਰਕੇ ਉਨੀ ਜਿਹੜੀ ਜਲਦੀ ਰਸ ਨਹੀਂ ਪ੍ਰਗਟ ਹੁੰਦਾ। ਬਹੁਤ ਘੱਟ ਮਿਹਨਤ ਦੇ ਨਾਲ ਹੀ ਰਸ ਜਿਹੜਾ ਹੈ ਉਹ ਰਸਨਾ ਦੇ ਉੱਤੇ ਬਣਨ ਲੱਗ ਪੈਂਦਾ ਹੈ। ਇਹ ਵਾਹਿਗੁਰੂ ਮੰਤਰ ਇੰਨਾ ਜ਼ਿਆਦਾ ਜਿਹੜਾ ਉਹ ਸ਼ਕਤੀਸ਼ਾਲੀ ਹੈ, ਕਹਿੰਦੇ ਮਧੁਰ ਮਿੱਠਾ ਹੈ ਤੇ ਮਨ ਨੂੰ ਖਿੱਚ ਲੈਣ ਵਾਲਾ ਹੈ, ਮਨ ਨੂੰ ਪ੍ਰਭਾਵਿਤ ਕਰ ਲੈਣ ਵਾਲਾ ਹੈ। ਨਹੀਂ ਤਾਂ ਮਨ ਵਸ ਨਹੀਂ ਆਉਂਦਾ। ਬਹੁਤ ਸਮਾਂ ਬੜੇ ਬੜੇ ਸਾਧਨਾ ਕਰਨ ਵਾਲੇ ਜਿਹੜੇ ਸਾਧਕ ਵੈ ਉਹ ਬੜੀਆਂ ਜ਼ਿੰਦਗੀਆਂ ਆਪਣੀਆਂ ਲਾਉਂਦੇ ਆ, ਬੜੇ ਯਤਨ ਕਰਦੇ ਆ, ਪਰ ਫਿਰ ਵੀ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਮਨ ਨਹੀਂ ਵਸ ਹੁੰਦਾ, ਵਿਕਾਰਾਂ ਵੱਲੋਂ ਮਨ ਨਹੀਂ ਮੁੜਦਾ। ਪਰ ਵਾਹਿਗੁਰੂ ਮੰਤਰ ਕਹਿੰਦੇ ਐਸਾ ਮਨੋਹਰ ਵੈ, ਮਨ ਨੂੰ ਹਰ ਲੈਂਦਾ ਹੈ, ਮਨ ਨੂੰ ਖਿੱਚ ਲੈਂਦਾ ਹੈ, ਮਨ ਨੂੰ ਆਪਣੇ ਉੱਤੇ ਪ੍ਰਭਾਵਿਤ ਕਰ ਲੈਂਦਾ ਹੈ, ਤੇ ਇਹੋ ਜਿਹਾ ਸੁੰਦਰ ਵੈ ਕਿ ਮਨ ਇਹਦੇ ਵਿੱਚ ਲੀਨ ਹੋ ਜਾਂਦਾ ਹੈ। ਚਾਰ ਵੇਦ ਕੇ ਜਾਨੋ ਸਾਰ। ਇਹ ਕਹਿੰਦੇ ਨੇ ਕਿ ਚੌਹਾਂ ਵੇਦਾਂ ਦੀ ਵਿਦਿਆ ਪੜ੍ਹ ਪੜ੍ਹ ਕੇ ਕੋਈ ਕਹਿੰਦਾ ਮੈਂ ਵਿਦਵਾਨ ਬਣ ਗਿਆ। ਕਵੀਰਾਜ ਕਹਿੰਦੇ ਸਾਰ ਇਹਦੇ ਵਿੱਚ ਸਾਰਾ ਹੀ ਭਰਿਆ ਹੋਇਆ ਵਾਹਿਗੁਰੂ ਮੰਤਰ ਦੇ ਅੰਦਰ। ਵਿਦਿਆ ਦਾ ਵੀ ਇਹ ਸਾਰ ਵੈ, ਚੌਹਾਂ ਵੇਦਾਂ ਦਾ ਹੀ ਕਹਿੰਦੇ ਨਿਚੋੜ ਹੀ ਕੱਢ ਕੇ ਰੱਖ ਦਿੱਤਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕੋਈ ਸਮਝਣਾ ਕਿ ਇਹ ਵੇਦਾਂ ਦੇ ਅਨੁਸਾਰ ਹੈ, ਨਹੀਂ। ਉਹ ਗਵਾਹੀ ਭਾਈ ਗੁਰਦਾਸ ਜੀ ਨੇ ਦੇ ਦਿੱਤੀ ਹੈ ਕਿ ਵੇਦ ਕਤੇਬ ਅਗੋਚਰਾ। ਇਹ ਵੇਦਾਂ ਤੇ ਕਤੇਬਾਂ ਤੋਂ ਅਗੋਚਰ ਵੈ, ਭਾਵ ਉਹਨਾਂ ਦੀ ਪਹੁੰਚ ਤੋਂ ਪਰੇ ਹੈ ਜਿਹੜਾ ਵਾਹਿਗੁਰੂ ਮੰਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤਾ ਹੈ। ਕਵੀਰਾਜ ਇੱਥੇ ਸਿੱਧ ਇਹ ਕਰ ਰਹੇ ਆ ਕਿ ਜਿਹੜਾ ਵਾਹਿਗੁਰੂ ਮੰਤਰ ਨੂੰ ਜਪੇਗਾ, ਚੌਹਾਂ ਵੇਦਾਂ ਦਾ ਜਿਹੜਾ ਬੜਾ ਵੱਡਾ ਗਿਆਨ ਮੰਨਿਆ ਜਾਂਦਾ ਹੈ ਉਹ ਵੀ ਵਾਹਿਗੁਰੂ ਮੰਤਰ ਦੇ ਜਾਪਕ ਨੂੰ ਪ੍ਰਾਪਤ ਹੋ ਜਾਏਗਾ, ਉਹਦੇ ਅੰਦਰ ਸੰਪੂਰਨ ਹੋ ਜਾਏਗਾ। ਕਿਉਂਕਿ ਇਹ ਜਿਹੜਾ ਅੱਖਰਾਂ ਵਿੱਚ ਲਿਖਿਆ ਹੋਇਆ ਗਿਆਨ ਹੈ ਨਾ, ਇਹ ਪਰਮੇਸ਼ਰ ਦੇ ਨਾਮ ਦਾ ਜਿਹਨੂੰ ਪ੍ਰਕਾਸ਼ ਹੋ ਜਾਂਦਾ ਹੈ ਉਹਦੇ ਲਈ ਫਿਰ ਇਹ ਬਹੁਤ ਜ਼ਿਆਦਾ ਸੁਖੈਨ ਹੁੰਦਾ ਹੈ, ਉਹਨੂੰ ਝੱਟ ਹੀ ਸਭ ਕੁਝ ਸੰਪੂਰਨ ਹੋ ਜਾਂਦਾ ਹੈ। ਇਹ ਇੱਕ ਜਿਹੜਾ ਸੰਸਾਰ ਦਾ ਕਿਤਾਬਾਂ ਦਾ ਕਿਤਾਬੀ ਗਿਆਨ ਹੈ ਉਹਦੇ ਲਈ ਬਹੁਤ ਸੌਖਾ ਹੁੰਦਾ ਹੈ, ਉਹਨੂੰ ਝੱਟ ਹੀ ਇਸ ਦੀ ਜਿਹੜੀ ਆ ਦਾਤ ਪ੍ਰਾਪਤ ਹੋ ਜਾਂਦੀ ਹੈ ਨਾਮ ਦੇ ਜਪਣੇ ਕਰਕੇ। ਜੇ ਆਪਾਂ ਉਦਾਹਰਨਾਂ ਲਈਏ ਤੇ ਕਬੀਰ ਸਾਹਿਬ ਦੀ ਸਭ ਤੋਂ ਵੱਡੀ ਉਦਾਹਰਨ ਹੈ। ਕਬੀਰ ਸਾਹਿਬ ਜੀ ਨੇ ਏਡੇ ਏਡੇ ਜਿਹੜੇ ਚੌਹਾਂ ਵੇਦਾਂ ਦੇ ਜਿਹੜੇ ਬਖਤੇ ਪੰਡਤ ਸਨ, ਜਿਨ੍ਹਾਂ ਨੂੰ ਕੰਠ ਸਥਲ ਸੀਗੇ ਪੁਰਾਣ ਤੇ ਸ਼ਾਸਤਰ, ਉਹ ਕਬੀਰ ਸਾਹਿਬ ਕੋ ਹਾਰ ਹਾਰ ਕੇ ਗਏ ਸੀਗੇ। ਤੇ ਕਬੀਰ ਸਾਹਿਬ ਜੀ ਕਿਸੇ ਪਾਠਸ਼ਾਲਾ ਵਿੱਚ ਨਹੀਂ ਸੀ ਪੜ੍ਹੇ ਹੋਏ, ਕਿਉਂਕਿ ਉਹਨਾਂ ਨੂੰ ਅੰਦਰ ਪਰਮੇਸ਼ਰ ਦੇ ਸਰੂਪ ਦਾ ਗਿਆਨ ਪ੍ਰਾਪਤ ਹੋ ਚੁੱਕਾ ਸੀਗਾ। ਇਸ ਕਰਕੇ ਵਾਹਿਗੁਰੂ ਮੰਤਰ ਦੇ ਜਾਪ ਦੇ ਨਾਲ ਚੌਹਾਂ ਵੇਦਾਂ ਦਾ ਜਿਹੜਾ ਸਾਰ ਹੈ ਨਾ ਉਹ ਪ੍ਰਾਪਤ ਹੋ ਜਾਂਦਾ ਹੈ, ਸਿਧਾਂਤ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਮੰਤਰ ਦੇ ਜਾਪ ਨਾਲ ਸਾਰੀ ਵਿਦਿਆ ਜਿਹੜੀ ਉਹ ਸੰਪੂਰਨ ਹੋ ਜਾਂਦੀ ਹੈ। ਚਾਰ ਵਰਨ ਕੋ ਹਰਨ ਵਿਕਾਰ। ਜਿਹੜੇ ਚਾਰ ਵਰਨ ਹਨ ਇਸ ਪ੍ਰਕਾਰ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼, ਉਹਨਾਂ ਦੇ ਵਕਾਰਾਂ ਨੂੰ ਹਰਨ ਵਾਲਾ, ਨਾਸ਼ ਕਰਨ ਵਾਲਾ ਵਾਹਿਗੁਰੂ ਮੰਤਰ ਹੈ। ਕਿਉਂਕਿ ਜਿਹੜੇ ਖੱਤਰੀ ਹਨ, ਭਾਵ ਛਤਰੀ ਜਿਨ੍ਹਾਂ ਨੂੰ ਕਹਿੰਦੇ ਆ ਸ਼ਸਤਰਧਾਰੀ, ਉਹ ਸ਼ਸਤਰਾਂ ਦੇ ਇਸ ਪ੍ਰਕਾਰ ਚਲਾਉਣ ਵਾਸਤੇ ਬੜੇ ਜ਼ਿਆਦਾ ਮੰਤਰਾਂ ਦਾ ਜਾਪ ਕਰਦੇ ਹੈ, ਕੋਈ ਸ਼ਕਤੀਆਂ ਦਾ ਆਵਾਹਨ ਕਰਦਾ ਹੈ। ਇਸ ਪ੍ਰਕਾਰ ਜਿਹੜੇ ਆਪਣੇ ਸ਼ਸਤਰਾਂ ਦੇ ਉੱਤੇ ਸ਼ਕਤੀਆਂ ਜਿਹੜੀਆਂ ਹਨ ਮੰਤਰਾਂ ਦੇ ਜਾਪ ਨਾਲ ਭਰਦੇ ਹੈ, ਬਹੁਤ ਜ਼ਿਆਦਾ ਉਹ ਛਤਰੀ ਵੀ ਯਤਨ ਕਰਦੇ ਆ, ਵਿਜੇ ਚਾਹੁੰਦੇ ਆ, ਜਿੱਤ ਚਾਹੁੰਦੇ ਆ। ਕਵੀਰਾਜ ਕਹਿੰਦੇ ਆ ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਕਰੇਗਾ ਨਾ ਛਤਰੀ, ਉਹਦੇ ਸ਼ਸਤਰ ਦੇ ਅੰਦਰ ਵੀ ਬਲ ਭਰ ਦਿੰਦਾ ਹੈ, ਉਹਦੀ ਬਾਣੀ ਵਿੱਚ ਵੀ ਬਲ ਭਰ ਦਿੰਦਾ ਹੈ, ਉਹਦੀਆਂ ਭੁਜਾਵਾਂ ਵਿੱਚ ਵੀ ਬਲ ਭਰ ਦਿੰਦਾ। ਉਹ ਸੂਰਬੀਰ ਯੋਧਾ ਬਣ ਕੇ ਧਰਮ ਖੇਤਰ ਦੇ ਅੰਦਰ ਲੜ ਮਰਦਾ ਹੈ ਤੇ ਉਹਨੂੰ ਵਿਜੇ ਜਿਹੜੀ ਹੈ ਨਾ ਲక్ష్ਮੀ ਉਹ ਪ੍ਰਾਪਤ ਹੁੰਦੀ ਹੈ, ਵਿਜੇ ਸ਼੍ਰੀ ਉਹਦੇ ਚਰਨ ਚੁੰਮਦੀ ਹੈ ਫਿਰ ਆ ਕਰਕੇ। ਐਸਾ ਹੈ ਵਾਹਿਗੁਰੂ ਮੰਤਰ। ਤੇ ਇਸੇ ਕਰਕੇ ਖਾਲਸੇ ਦਾ ਏਡਾ ਵੱਡਾ ਵੇਖੋ ਇਤਿਹਾਸ ਹੈ ਕਿ ਜਿਨ੍ਹਾਂ ਸਾਡੇ ਪੁਰਖਿਆਂ ਨੇ ਗੁਰਮੰਤਰ ਦਾ ਜਾਪ ਕੀਤਾ ਹੈ
ਉਹਨਾਂ ਦੀਆਂ ਤੇਗਾਂ ਦਾ ਮੁਕਾਬਲਾ ਤਾਂ ਅਬਦਾਲੀ ਵੀ ਨਾ ਕਰ ਸਕਿਆ। ਵੱਡੇ ਵੱਡੇ ਜਰਵਾਣੇ ਜਿਹੜੇ ਸੀ ਖਾਲਸੇ ਨੇ ਤੇਗ ਦੀ ਧਾਰ ਲੰਘਾ ਦਿੱਤੇ ਸੀ, ਕਿਉਂਕਿ ਸ਼ਸਤਰਧਾਰੀ ਸੂਰਮੇ ਜਿਹੜੇ ਗੁਰਮੰਤਰ ਦਾ ਜਾਪ ਕਰਦੇ ਸੀ। ਇਹ ਵਾਹਿਗੁਰੂ ਮੰਤਰ ਦੇ ਜਾਪ ਦੀ ਵੱਡੀ ਬਖਸ਼ਿਸ਼ ਹੈ। ਜੇ ਚੌਹਾਂ ਵਰਨਾਂ ਵਿੱਚੋਂ ਜਿਹੜਾ ਖੱਤਰੀ ਵਰਨ ਹੈ ਉਹ ਜਪੇ ਤਾਂ ਫਿਰ ਉਹਦੇ ਅੰਦਰ ਧਰਮ ਦੀ ਕੁਰਬਾਨੀ ਕਰਨ ਲਈ ਜਜ਼ਬਾ ਪੈਦਾ ਕਰ ਦਿੰਦਾ ਹੈ। ਵਾਹਿਗੁਰੂ ਮੰਤਰ ਸ਼ਸਤਰ ਦੇ ਅੰਦਰ ਸ਼ਕਤੀ ਭਰ ਦਿੰਦਾ ਹੈ। ਇਸ ਪ੍ਰਕਾਰ ਜਿਹੜੇ ਹੋਰ ਕੋਈ ਤਰੀਕੇ ਵਰਤਦੇ ਹੈ ਕਿ ਦੁਸ਼ਮਣ ਦੇ ਨਾਲ ਲੜਨ ਵਾਸਤੇ ਜਾਂ ਹੋਰ ਕਈ ਸਾਧਨ ਅਪਣਾਉਂਦੇ ਹੈ, ਉਹ ਕਹਿੰਦੇ ਕਿ ਉਹ ਇੱਕ ਕੇਵਲ ਵਾਹਿਗੁਰੂ ਮੰਤਰ ਹੈ। ਕਵੀਰਾਜ ਕਹਿੰਦੇ ਜੇ ਸ਼ਸਤਰਧਾਰੀ ਜਿਹੜਾ ਹੈ ਛਤਰੀ, ਉਹ ਜਪੇ ਵਾਹਿਗੁਰੂ ਮੰਤਰ ਤੇ ਉਹਦੀ ਵੀ ਕਲਿਆਣ ਕਰਦਾ ਹੈ। ਫਿਰ ਹੈ ਬ੍ਰਾਹਮਣ ਭਾਵ ਜਿਹੜਾ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੈ, ਜਿਹੜਾ ਬ੍ਰਹਮ ਨੂੰ ਮਿਲਣ ਦਾ ਇੱਛੁਕ ਹੈ। ਜੇ ਉਹ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਹੈ ਤੇ ਵਾਹਿਗੁਰੂ ਮੰਤਰ ਉਹਨੂੰ ਫਿਰ ਬ੍ਰਹਮ ਦੇ ਦੇਸ਼ ਦਾ ਨਜ਼ਾਰਾ ਦਿਖਾਉਂਦਾ ਹੈ। ਜਿਹੜਾ ਸਰੀਰ ਇੱਥੇ ਰਹਿ ਜਾਂਦਾ ਜਾਪਕ ਦਾ, ਪਰ ਉਸ ਦੀ ਰੂਹ ਨੂੰ, ਉਸ ਦੇ ਸੂਖਸ਼ਮ ਸਰੀਰ ਨੂੰ ਉਹ ਆਨੰਦ ਜਿਹੜਾ ਵਾਹਿਗੁਰੂ ਮੰਤਰ ਦਿਖਾ ਦਿੰਦਾ ਪਰਮੇਸ਼ਰ ਦੇ ਦੇਸ਼ ਦਾ। ਇਸ ਕਰਕੇ ਜਿਹੜਾ ਬ੍ਰਾਹਮਣ ਜਪੇ ਬ੍ਰਹਮ ਦੀ ਪ੍ਰਾਪਤੀ ਵਾਸਤੇ ਤੇ ਉਹਨੂੰ ਵੀ ਇਹ ਕਲਿਆਣਕਾਰੀ ਹੈ। ਫਿਰ ਸੂਦਰ ਜਿਹੜਾ ਹੈ ਜਦੋਂ ਉਹ ਜਪੇ ਤੇ ਉਹਦੇ ਅੰਦਰੋਂ ਗਲਾਨਤਾ ਨੂੰ ਮਿਟਾ ਕਰਕੇ ਨਿਮਰਤਾ ਦੀ ਦਾਤ ਨੂੰ ਭਰਨ ਵਾਲਾ ਹੈ। ਸਭ ਦੇ ਚਰਨਾਂ ਦੀ ਧੂੜ ਜਿਹੜਾ ਉਹ ਮਨੁੱਖ ਬਣ ਜਾਂਦਾ, ਜਿਹੜਾ ਵਾਹਿਗੁਰੂ ਮੰਤਰ ਦਾ ਜਾਪਕ ਹੁੰਦਾ ਹੈ। ਇਸ ਪ੍ਰਕਾਰ ਫਿਰ ਵੈਸ਼ ਜਪਦਾ ਹੈ, ਇਹ ਆਪਣੀ ਦਸਾਂ ਨਾਹਾਂ ਦੀ ਕਿਰਤ ਕਮਾਈ ਦੇ ਵਿੱਚ ਕਰਨ ਵਿੱਚ ਵਿਸ਼ਵਾਸ ਕਰਦਾ ਹੈ। ਉਹਦੇ ਵਿੱਚੋਂ ਦਸਵੰਧ ਕੱਢ ਕੇ ਗੁਰੂ ਕੇ ਅਰਥ ਖਰਚਦਾ ਹੈ। ਇਸ ਪ੍ਰਕਾਰ ਆਪਣੇ ਹੱਥਾਂ ਨਾਲ ਮਿਹਨਤ ਕਰਕੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਵਾਹਿਗੁਰੂ ਮੰਤਰ ਐਸਾ ਫਲਦਾਇਕ ਵੈ ਕਿ ਜੇ ਕੋਈ ਵੈਸ਼ ਜਪੇ ਤੇ ਉਹਦੇ ਵੀ ਆਸ਼ਰਮ ਨੂੰ, ਉਹਦੀ ਉਸ ਗਤੀ ਨੂੰ ਸਫਲਿਆਂ ਕਰ ਦਿੰਦਾ ਹੈ। ਸੂਦਰ ਜਪੇ ਤੇ ਉਹ ਵੀ ਸਫਲ ਵੈ, ਬ੍ਰਾਹਮਣ ਜਪੇ ਤੇ ਉਹ ਵੀ ਸਫਲ ਵੈ, ਛਤਰੀ ਜਪੇ ਤੇ ਉਹ ਵੀ ਸਫਲ ਵੈ। ਚੌਹਾਂ ਵਰਨਾਂ ਨੂੰ ਹੀ ਇਹ ਜਿਹੜਾ ਕਲਿਆਣਕਾਰੀ ਹੈ ਵਾਹਿਗੁਰੂ ਮੰਤਰ। ਇਸ ਕਰਕੇ ਜਿਹੜਾ ਵੀ ਜਪੇ ਉਸ ਨੂੰ ਹੀ ਉਸੇ ਤਰ੍ਹਾਂ ਦੀ ਸ਼ਕਤੀ ਇਹਦੇ ਵਿੱਚੋਂ ਪ੍ਰਕਾਸ਼ਦੀ ਹੈ। ਸਾਰੀਆਂ ਹੀ ਸ਼ਕਤੀਆਂ ਦਾ ਸੋਮਾ ਹੈ ਵਾਹਿਗੁਰੂ ਮੰਤਰ। ਚਾਰ ਜੋ ਆਸ਼ਰਮ ਸੁਖਦ ਅਚਾਰ, ਜਿਹੜੇ ਚਾਰ ਫਿਰ ਆਸ਼ਰਮ ਮੰਨੇ ਐ। ਇਸ ਪ੍ਰਕਾਰ ਪਹਿਲਾ ਬ੍ਰਹਮਚਰਜ ਆਸ਼ਰਮ ਹੁੰਦਾ ਹੈ 25 ਸਾਲ ਤੱਕ, ਫਿਰ ਗ੍ਰਸਥ ਆਸ਼ਰਮ ਹੈ, ਫਿਰ ਬਾਨਪ੍ਰਸਥ ਹੁੰਦਾ ਹੈ, ਫਿਰ ਸੰਨਿਆਸ ਆਸ਼ਰਮ ਹੁੰਦਾ ਹੈ। ਇਹ ਚਾਰ ਆਸ਼ਰਮ ਜਿਹੜੇ ਮੰਨੇ ਜਾਂਦੇ ਹੈ, ਉਹਨਾਂ ਚੌਹਾਂ ਆਸ਼ਰਮਾਂ ਵਾਸਤੇ ਜਿਹੜਾ ਹੈ ਬੜਾ ਹੀ ਸੁੰਦਰ ਤੇ ਜਿਹੜਾ ਸੁਖਦਾਇਕ ਹੈ। ਬੜਾ ਹੀ ਇਸ ਪ੍ਰਕਾਰ ਆਚਰਨ ਦੇ ਬਖਸ਼ਣ ਵਾਲਾ ਹੈ ਇਹ ਵਾਹਿਗੁਰੂ ਮੰਤਰ। ਜਿਨੇ ਵਾਹਿਗੁਰੂ ਮੰਤਰ ਜਪਿਆ ਉਹ ਬ੍ਰਹਮਚਾਰੀ ਦਾ ਬ੍ਰਹਮਚਰਜ ਸਥਿਰ ਹੋ ਜਾਂਦਾ ਹੈ। ਨਹੀਂ ਤਾਂ ਬਾਹਰੋਂ ਬ੍ਰਹਮਚਰਜ ਰੱਖਿਆ ਤੇ ਹਾਲਤ ਇਹ ਹੁੰਦੀ ਹੈ ਮਾਈ ਮੰਗ ਤ੍ਰਿਆ ਲੋਭਾਵ ਹੈ। ਮਾਤਾ ਕਹਿ ਕੇ ਮੰਗਦੇ ਹੈ ਤੇ ਅੰਦਰੋਂ ਮਨ ਇਸਤਰੀ ਜਾਣ ਕਰਕੇ ਉਹਦੇ ਤੇ ਲੁਭਾਏਮਾਨ ਹੁੰਦਾ ਹੈ। ਇਸ ਤਰ੍ਹਾਂ ਦੀ ਹਾਲਤ ਹੈ। ਪਰ ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਜੇ ਬ੍ਰਹਮਚਾਰੀ ਜਪਦਾ ਹੈ ਤੇ ਉਹਨੂੰ ਬ੍ਰਹਮਚਰਜ ਵਿੱਚ ਅਸਥਿਤ ਕਰ ਦਿੰਦਾ ਹੈ, ਜਤ ਸਤ ਵਿੱਚ ਪ੍ਰਪੱਕ ਕਰ ਦਿੰਦਾ ਹੈ। ਇਹੋ ਜਿਹਾ ਵਾਹਿਗੁਰੂ ਮੰਤਰ ਵਿੱਚ ਸ਼ਕਤੀ ਹੈ। ਤੇ ਜੇ ਇਸ ਪ੍ਰਕਾਰ ਫਿਰ ਗ੍ਰਸਤੀ ਜਪਦਾ ਹੈ, ਗ੍ਰਸਤੀ ਨੂੰ ਗ੍ਰਸਤ ਧਰਮ ਵਿੱਚ ਪ੍ਰਪੱਕ ਕਰ ਦਿੰਦਾ ਹੈ। ਜਦੋਂ ਫਿਰ ਉਹ ਸੰਸਾਰ ਦੇ ਅੰਦਰ ਵੰਸ਼ ਦੇ ਚਲਾਉਣ ਵਾਸਤੇ ਔਲਾਦ ਨੂੰ ਪੈਦਾ ਕਰਦਾ ਹੈ ਤੇ ਉਹ ਵਾਹਿਗੁਰੂ ਮੰਤਰ ਦੇ ਜਾਪ ਦੇ ਕਰਨ ਨਾਲ ਗ੍ਰਸਤ ਵੀ ਇਹੋ ਜਿਹਾ ਸਫਲ ਹੋ ਜਾਂਦਾ ਹੈ ਕਿ ਉਸ ਦੀ ਔਲਾਦ ਵੀ ਧਰਮ ਨੂੰ ਪ੍ਰਾਪਤ ਹੁੰਦੀ ਹੈ। ਧਰਮੀ ਹੋ ਕਰਕੇ ਉਹ ਵੀ ਧਰਮ ਲਈ ਫਿਰ ਜਜ਼ਬਾ ਮਰਨ ਦਾ ਆਪਣੇ ਅੰਦਰ ਰੱਖਦੇ। ਇਸ ਕਰਕੇ ਗ੍ਰਸਤੀ ਨੂੰ ਵੀ ਇਹ ਸਫਲ ਕਰ ਦਿੰਦਾ ਹੈ। ਤੇ ਜਿਹੜਾ ਬਾਨਪ੍ਰਸਥ ਹੁੰਦਾ ਹੈ, ਜਦੋਂ ਗ੍ਰਸਤ ਦੇ ਧੰਦਿਆਂ ਤੋਂ ਧੀਆਂ ਪੁੱਤਰਾਂ ਨੂੰ ਵਿਆਹ ਲਵੇ ਤੇ ਫਿਰ ਕਹਿੰਦੇ ਆ ਕਿ ਜਿਹੜਾ ਹੈ 50 ਸਾਲ ਤੋਂ ਬਾਅਦ ਫਿਰ ਬਾਨਪ੍ਰਸਤੀ ਹੋ ਜਾਣਾ ਚਾਹੀਦਾ, ਭਾਵ ਇਕਾਂਤ ਹੋ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਮੰਤਰ ਹੈ ਇਹ ਇੰਨਾ ਨਿਰਲੇਪ ਕਰ ਦਿੰਦਾ ਜਾਪਕ ਨੂੰ ਕਿ ਬਨਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਮਨ ਦੇ ਅੰਦਰ ਹੀ ਉਦਾਸਾਈ ਛਾ ਜਾਂਦੀ ਹੈ। ਸਾਰਾ ਸੰਸਾਰ ਝੂਠਾ ਭਾਸਦਾ, ਰਿਸ਼ਤੇ ਸਾਰੇ ਫਿੱਕੇ ਭਾਸਦੇ ਹੈ। ਬਾਹਰੋਂ ਵਿਖਾਉਣ ਨੂੰ ਤਾਂ ਵਿਹਾਰ ਉਹ ਸਭ ਨਾ ਕਰਦੇ ਹੈ, ਲੋਗਨ ਸਿਓ ਮੇਰਾ ਠਾਠਾ ਬਾਗਾ ਦਾ ਸਭ ਨਾ ਕਰਦੇ ਹੈ। ਪਰ ਵਾਹਿਗੁਰੂ ਨਾਲ ਅੰਦਰੋਂ ਉਹਨਾਂ ਦੀ ਪ੍ਰੀਤ ਲੱਗ ਜਾਂਦੀ ਹੈ। ਉਹ ਜਾਣੋ ਕਿ ਗ੍ਰਸਤ ਵਿੱਚ ਰਹਿੰਦੇ ਹੋਏ ਫਿਰ ਬਾਨਪ੍ਰਸਤੀ ਹੋ ਜਾਂਦੇ ਹੈ।
ਤੇ ਫਿਰ ਜਦੋਂ ਸੰਨਿਆਸ ਹੁੰਦਾ ਹੈ, ਘਰ-ਬਾਰ ਛੱਡ ਕੇ ਸਾਰਾ ਕੁਝ ਉਹ ਜੰਗਲਾਂ ਵਿੱਚ ਕਹਿੰਦੇ ਚਲੇ ਜਾਣਾ, ਫਿਰ ਸੰਨਿਆਸ ਹੀ ਧਾਰਨ ਕਰ ਲੈਣਾ, ਸਭ ਸੰਬੰਧ ਤੋੜ ਦੇਣੇ। ਇਵੇਂ ਫਿਰ ਜਦੋਂ ਪ੍ਰੀਤ ਇੰਨੀ ਗਾੜੀ ਹੋ ਜਾਂਦੀ ਹੈ ਤੇ ਫਿਰ ਸਾਰੇ ਹੀ ਸੰਬੰਧ ਜਿਹੜੇ ਆ ਉਹ ਮਨ ਕਰਕੇ ਟੁੱਟ ਜਾਂਦੇ ਆ। ਵਾਹਿਗੁਰੂ ਮੰਤਰ ਦੇ ਅੰਦਰ ਲੀਨਤਾ ਪਾ ਲੈਂਦੇ ਆ ਗੁਰਮੁਖ ਜਾਪਕ ਜਿਹੜੇ ਆ, ਤੇ ਉਹ ਪਰਮੇਸ਼ਰ ਦੇ ਅੰਦਰ ਅਭੇਦ ਹੋ ਕਰਕੇ ਆਪਣੀ ਰਹਿੰਦੀ ਜ਼ਿੰਦਗੀ ਵੀ ਇਹੋ ਜੀ ਸਫਲ ਕਰਦੇ ਆ। ਕਿਉਂ ਫਿਰ ਕਿਉਂ ਸੰਨਿਆਸੀ ਜਪੇ ਤੇ ਉਹਦਾ ਸੰਨਿਆਸ ਸਫਲ ਵਾ, ਜਿਹੜਾ ਬਾਨਪ੍ਰਸਤੀ ਜਪੇ ਤੇ ਉਹਦਾ ਬਾਨਪ੍ਰਸਤੀ ਹੋਣਾ ਸਫਲ ਵਾ, ਜੇ ਗ੍ਰਸਤੀ ਜਪੇ ਤਾਂ ਉਹਦਾ ਗ੍ਰਸਤਪੁਣਾ ਸਫਲ ਵੈ, ਜੇ ਬ੍ਰਹਮਚਾਰੀ ਜਪੇ ਤੇ ਉਹਦਾ ਬ੍ਰਹਮਚਰਜ ਸਫਲ ਵੈ। ਵਾਹਿਗੁਰੂ ਮੰਤਰ ਦੇ ਨਾਲ ਇਉਂ ਚੌਹਾਂ ਹੀ ਆਸ਼ਰਮਾਂ ਨੂੰ ਵੀ ਜਿਹੜਾ ਹੈ ਨਾ ਉਹ ਸੁਖਦਾਈ ਹੈ, ਫਲਦਾਇਕ ਹੈ। ਜਿਹੜਾ ਵੀ ਕੋਈ ਇਸ ਮੰਤਰ ਦਾ ਜਾਪ ਕਰਦਾ ਹੈ ਉਸੇ ਨੂੰ ਹੀ ਭਾਰੀ ਲਾਭ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਏ। ਚਾਰ ਮੁਕਤ ਕੇ ਇਹੋ ਦਰ ਚਾਰ। ਇਹ ਮੁਕਤੀ ਦੇ ਹੀ ਕਹਿੰਦੇ ਚਾਰ ਦਰਵਾਜ਼ੇ ਐ। ਵਾਵਾ ਵੀ ਮੁਕਤੀ ਦਾ ਦਰਵਾਜ਼ਾ, ਹਾਹਾ ਵੀ ਮੁਕਤੀ ਦਾ ਦਰਵਾਜ਼ਾ, ਗੱਗਾ ਵੀ ਮੁਕਤੀ ਦਾ ਦਰਵਾਜ਼ਾ ਤੇ ਰਾਰਾ ਵੀ ਮੁਕਤੀ ਦਾ ਦਰਵਾਜ਼ਾ। ਕਹਿੰਦੇ ਦਰ ਚਾਰ, ਇਹ ਚਾਰ ਦਰਵਾਜ਼ੇ ਹੀ ਹੈ ਮੁਕਤੀ ਦੇ। ਇਸ ਪ੍ਰਕਾਰ ਸੁੰਦਰ ਦਰਵਾਜ਼ੇ ਹਨ ਇਹ ਮੁਕਤੀ ਦੇ। ਵਾਹਿਗੁਰੂ, ਇਹ ਜੋ ਸੱਚੇ ਪਾਤਸ਼ਾਹ ਜੀ ਨੇ ਮੁਕਤ ਦਾ ਹੀ ਦਰ ਖੋਲ੍ਹਿਆ, ਮੁਕਤ ਜੁਗਤ ਦਰ ਖੋਲ੍ਹਾ, ਇਹ ਸਤਿਗੁਰਾਂ ਜੀ ਨੇ ਵਾਕ ਕਹੇ ਹਨ। ਇਹ ਮੁਕਤੀ ਦਾ ਹੀ ਦਰ ਸਤਿਗੁਰਾਂ ਨੇ ਸੰਸਾਰ ਨੂੰ ਬਖਸ਼ਤਾ। ਵਾਹਿਗੁਰੂ ਮੰਤਰ ਕੀ ਹੈ? ਮੁਕਤ ਦਾ ਦਰਵਾਜ਼ਾ ਹੈ। ਜਿਨ ਹੁਣ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਕਰਨਾ ਤੇ ਉਹ ਫਿਰ ਵਾਹਿਗੁਰੂ ਮੰਤਰ ਧਾਰਨ ਕਰੇ। ਵਾਹਿਗੁਰੂ ਮੰਤਰ ਜਿਹੜਾ ਹੈ ਨਾ ਇਹ ਸੁੰਦਰ ਦਰਵਾਜ਼ਾ ਸਤਿਗੁਰਾਂ ਜੀ ਨੇ ਮੁਕਤੀ ਦਾ ਬਣਾਇਆ ਏ। ਕਿਦੋਂ ਵਿਸ਼ਨ ਕੀ ਹੈ ਭੁਜ ਚਾਰ। ਕਹਿੰਦੇ ਜਾਣੋ ਜਿਵੇਂ ਵਿਸ਼ਨੂੰ ਦੀਆਂ ਚਾਰ ਭੁਜਾਵਾਂ ਹਨ, ਇਹ ਕਹਿੰਦੇ ਆ ਕਿ ਚਾਰ ਭੁਜਾਵਾਂ ਕਿਉਂ ਹੈ? ਕਿਉਂਕਿ ਉਹਨਾਂ ਵਿੱਚ ਇੱਕ ਵਿੱਚ ਸ਼ੰਖ ਵਾ, ਇੱਕ ਵਿੱਚ ਚੱਕਰ ਵਾ, ਇੱਕ ਵਿੱਚ ਗਦਾ ਵਾ, ਇੱਕ ਵਿੱਚ ਪਦਮ ਵਾ। ਇਹ ਕਹਿੰਦੇ ਜਾਣੋ ਕਿ ਉਹ ਜਿਹੜੇ ਉਹਨਾਂ ਵਿੱਚੋਂ ਸ਼ਕਤੀਆਂ ਪ੍ਰਕਾਸ਼ਦੀਆਂ ਉਹ ਸਾਰੀਆਂ ਵਾਹਿਗੁਰੂ ਮੰਤਰ ਚੋਂ ਹੀ ਪ੍ਰਕਾਸ਼ਦੀਆਂ ਹਨ। ਜਿਵੇਂ ਸ਼ੰਖ ਨਾਦ ਪੂਰਦਾ ਨਾ, ਤੇ ਸ਼ੰਖ ਨਾਲ ਨਾਦ ਪੂਰ ਕਰਕੇ ਜਿਹੜੇ ਆ ਕੀ ਹੈ ਸਭ ਨੂੰ ਆਵਾਜ਼ ਪਤਾ ਲੱਗਦੀ ਹੈ। ਕਹਿੰਦੇ ਐਵੇਂ ਵਾਹਿਗੁਰੂ ਮੰਤਰ ਜਿਹੜਾ ਨਾ ਇਹੋ ਜਿਹਾ ਨਾਦ ਪ੍ਰਗਟ ਕਰਦਾ ਹੈ ਕਿ ਜੀਵ ਮਾਇਆ ਦੇ ਵਿੱਚ ਸੁੱਤਾ ਪਿਆ ਜਾਗ ਪੈਂਦਾ ਹੈ। ਇਹੋ ਜਿਹਾ ਗਾਫਲਤਾਈ ਵਿੱਚ ਸੁੱਤਾ ਪਿਆ ਮਨ ਜਿਹੜਾ ਨਾ ਵਾਹਿਗੁਰੂ ਮੰਤਰ ਦੇ ਨਾਦ ਨਾਲ ਜਾਗ ਪੈਂਦਾ। ਇਹ ਸ਼ੰਖ ਵਾਲੀ ਭੁਜਾ ਤੋਂ ਜਿਹੜਾ ਹੈ ਇਹ ਲੈਣਾ। ਇਸ ਪ੍ਰਕਾਰ ਜਿਹੜਾ ਚੱਕਰ ਪਕੜਿਆ ਹੋਇਆ ਹੈ, ਇਉਂ ਵਾਹਿਗੁਰੂ ਮੰਤਰ ਦਾ ਜਿਹੜਾ ਬਾਰ-ਬਾਰ ਅਭਿਆਸ ਕਰਨਾ। ਜਦੋਂ ਫੁਰਨੇ ਆਉਂਦੇ ਹਨ ਤੇ ਫੁਰਨੇ ਜਿਹੜੇ ਆ ਉਹ ਕੱਟੇ ਨਹੀਂ ਜਾਂਦੇ। ਮਨੁੱਖ ਜਦੋਂ ਭਜਨ ਕਰਨ ਲੱਗਦਾ ਹੈ ਉਦੋਂ ਫੁਰਨਿਆਂ ਦਾ ਚੱਲਦਾ ਪ੍ਰਵਾਹ ਉਹਦੇ ਸਾਹਮਣੇ ਆਉਂਦਾ। ਉਹ ਪਹਿਲਾਂ ਤਾਂ ਮਹਿਸੂਸ ਨਹੀਂ ਕਰਦਾ ਕਿਉਂਕਿ ਫੁਰਨੇ ਰੁਕਦੇ ਨਹੀਂ। ਭਜਨ ਕਰਨ ਲੱਗਦਾ ਤੇ ਫੁਰਨੇ ਰੋਕਣੇ ਉਹਨੂੰ ਪਤਾ ਲੱਗਦਾ ਔਖੇ ਬੜੇ, ਫੁਰਨਾ ਤਾਂ ਰੁਕਦਾ ਹੀ ਨਹੀਂ ਪਿਆ, ਭਜਨ 'ਚ ਲੱਗਿਆ ਹੀ ਨਹੀਂ ਜਾਂਦਾ। ਪਰ ਜਿਹੜਾ ਵਾਹਿਗੁਰੂ ਮੰਤਰ ਹੈ ਨਾ ਇਹੋ ਜਿਹਾ ਸ਼ਕਤੀਸ਼ਾਲੀ ਚੱਕਰ ਵੈ। ਜਦੋਂ ਇਹ ਵਾਹਿਗੁਰੂ ਮੰਤਰ ਦਾ ਚੱਕਰ ਚੱਲਦਾ ਨਾ, ਚੱਕਰ ਚੱਲਣਾ ਹੁੰਦਾ ਬਾਰ-ਬਾਰ ਵਾਹਿਗੁਰੂ 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 ਵਾਹਿਗੁਰੂ। ਇਹ ਜਿਹੜੀ ਧੁਨ ਹੈ ਨਾ ਜਦੋਂ ਇਹਦੇ ਵਿੱਚ ਧਿਆਨ ਲੱਗਦਾ ਇਹੋ ਜਿਹਾ ਤੇਜ਼ ਚੱਕਰ ਚੱਲਦਾ ਕਿ ਫੁਰਨਿਆਂ ਦਾ ਪ੍ਰਵਾਹ ਵੀ ਕੱਟ ਦਿੰਦਾ। ਫਿਰ ਇਸ ਪ੍ਰਕਾਰ ਤੇ ਜਿਹੜੇ ਪਾਪ ਹਨ, ਪਾਪਾਂ ਨੂੰ ਨਾਸ਼ ਕਰਨ ਵਾਸਤੇ ਗਦਾ ਵੈ, ਤੇ ਜਿਹੜਾ ਇਸ ਪ੍ਰਕਾਰ ਜਸ ਰੂਪੀ ਪਦਮ ਵੈ, ਭਾਰੀ ਜਸ ਹੀ ਇਹਦੇ ਨਾਲ ਪ੍ਰਾਪਤ ਹੁੰਦਾ ਹੈ। ਚੌਹਾਂ ਯੁੱਗਾਂ ਵਿੱਚ ਹੀ ਉਹਦਾ ਜਸ ਹੋਣ ਲੱਗ ਜਾਂਦਾ ਹੈ। ਜਿਹੜਾ ਵਾਹਿਗੁਰੂ ਮੰਤਰ ਦਾ ਜਾਪਕ ਵੈ ਚੌਹਾਂ ਦਿਸ਼ਾਵਾਂ 'ਚ ਹੀ ਉਹਦੇ ਨਾਮ ਦੇ ਡੰਕੇ ਖੜਕਣ ਲੱਗ ਪੈਂਦੇ ਆ। ਇਸ ਕਰਕੇ ਕਵੀਰਾਜ ਕਹਿੰਦੇ ਜਿਹੜੀਆਂ ਵਿਸ਼ਨੂੰ ਦੀਆਂ ਭੁਜਾਵਾਂ ਮੰਨੀਆਂ ਹਨ ਚਾਰੋ, ਜਾਣੋ ਕਿ ਇਹ ਵਾਹਿਗੁਰੂ, ਇਹ ਪਰਮੇਸ਼ਰ ਦੇ ਉਹ ਜਿਹੜੀਆਂ ਵਿਸ਼ਨੂੰ ਦੀਆਂ ਭੁਜਾਵਾਂ ਹਨ ਇਹ ਵਾਹਿਗੁਰੂ ਮੰਤਰ ਵਿੱਚੋਂ ਹੀ ਸ਼ਕਤੀਆਂ ਪ੍ਰਕਾਸ਼ ਰਹੀਆਂ ਹਨ। ਚਾਰ ਪ੍ਰਦੇਸ਼ ਚੱਕ ਜੇ ਚਾਰ। ਜਿਹੜੇ ਚਾਰ ਚੱਕ ਹਨ ਭਾਵ ਚੌਹਾਂ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ, ਇਹ ਚੌਹਾਂ ਦਿਸ਼ਾਵਾਂ ਨੂੰ ਜਾਣੋ ਐਡਾ ਸੁੰਦਰ ਉਪਦੇਸ਼ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਦਿੱਤਾ। ਚੌਹਾਂ ਚੱਕਾਂ ਦੇ ਉਧਾਰ ਲਈ, ਸਾਰੀ ਪ੍ਰਿਥਵੀ ਦੇ ਕਲਿਆਣ ਲਈ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੜਾ ਹੀ ਚਾਰ ਸੁੰਦਰ ਉਪਦੇਸ਼ ਸਤਿਗੁਰਾਂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਸ਼੍ਰੀ ਮੁਖ ਤੋਂ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ ਏ। ਚਾਰ ਅਵਸਥਾ ਮਹਿ ਸੁਖਕਾਰ। ਇਹ ਚੌਹਾਂ ਹੀ ਅਵਸਥਾ ਵਿੱਚ ਬੜਾ ਹੀ ਸੁਖਕਾਰੀ ਹੈ। ਜਿਹੜੀ ਕਿਸ਼ੋਰ ਅਵਸਥਾ ਹੁੰਦੀ ਹੈ, ਪਹਿਲਾਂ ਬਾਲਕ ਅਵਸਥਾ ਹੈ, ਫਿਰ ਕਿਸ਼ੋਰ ਅਵਸਥਾ ਹੈ,
ਫਿਰ ਪ੍ਰੌਢਿਆ ਅਵਸਥਾ ਹੈ, ਫਿਰ ਬਿਰਧ ਅਵਸਥਾ ਹੈ। ਇਹ ਚੌਹਾਂ ਹੀ ਅਵਸਥਾ ਵਿੱਚ ਬੜਾ ਸੁਖਕਾਰੀ ਹੈ, ਕਿਉਂਕਿ ਹੋਰ ਕੋਈ ਕਠਨ ਯਤਨ ਨਹੀਂ ਨਾ ਕਰਨਾ ਪੈਂਦਾ। ਬਾਲਕ ਨੂੰ ਵੀ ਜਿਹੜੇ ਬਚਪਨ 'ਚ ਹੀ ਸਿਖਾ ਦਿੰਦੇ ਹੈ, ਜਦੋਂ ਪਹਿਲਾ ਪਹਿਰ ਜ਼ਿੰਦਗੀ ਦਾ ਆਰੰਭ ਹੁੰਦਾ ਬਾਲਕ ਅਵਸਥਾ, ਤੇ ਫਿਰ ਵਾਹਿਗੁਰੂ ਮੰਤਰ ਦਾ ਜਦੋਂ ਬਾਲਕ ਹੀ ਜਾਪ ਕਰਨ ਲੱਗ ਜਾਂਦਾ, ਕਿਆ ਸੌਖਾ ਮੰਤਰ ਮਹਾਰਾਜ ਜੀ ਨਾਲੇ ਬਖਸ਼ਿਸ਼ ਕੀਤਾ, ਐਡਾ ਸੁਖੈਨ। ਬਾਲਕ ਜਪੇ ਤਾਂ ਉਸ ਨੂੰ ਬਾਲਕ ਪੁਣੇ ਦੇ ਅੰਦਰ ਹੀ ਜਿਹੜਾ ਉਹ ਗਿਆਨ ਬਖਸ਼ਿਸ਼ ਕਰ ਦੇਣ ਵਾਲਾ ਹੈ ਵਾਹਿਗੁਰੂ ਮੰਤਰ। ਫਿਰ ਜਦੋਂ ਕਿਸ਼ੋਰ ਅਵਸਥਾ ਆਉਂਦੀ ਹੈ, ਜਦੋਂ ਵਕਾਰ ਜ਼ੋਰ ਮਾਰਨ ਦਾ ਸਮਾਂ ਆਉਂਦਾ, ਉਦੋਂ ਵਾਹਿਗੁਰੂ ਮੰਤਰ ਇਹੋ ਜਿਹੀ ਅੰਦਰ ਕਲਾ ਵਰਤਾਉਂਦਾ ਕਿ ਕਿਸ਼ੋਰ ਅਵਸਥਾ ਵਿੱਚ ਜਿਹੜੇ ਵਕਾਰ ਵਾ ਉਹ ਅੰਦਰ ਜ਼ੋਰ ਹੀ ਨਹੀਂ ਫੜਦੇ। ਫਿਰ ਇਉਂ ਇਹਨਾਂ ਦੋਹਾਂ ਅਵਸਥਾ ਦੇ ਅੰਦਰ ਇੰਨਾ ਸੁਖਕਾਰੀ ਹੈ। ਤੇ ਫਿਰ ਜਦੋਂ ਪ੍ਰੌਢਿਆ ਅਵਸਥਾ ਆਉਂਦੀ ਹੈ, ਜਵਾਨੀ ਢਲਣ ਲੱਗਦੀ ਹੈ, ਉਦੋਂ ਫਿਰ ਜੇ ਸਰੀਰ ਤੇ ਹੀ ਦਾਰੋਮਦਾਰ ਰੱਖਿਆ ਹੋਵੇ, ਸਰੀਰ ਦਾ ਹੀ ਮਾਣ ਰੱਖਿਆ ਹੋਵੇ, ਤੇ ਫਿਰ ਕਦੇ ਗੋਡੇ ਦੁਖਦੇ, ਕਦੇ ਅੱਖਾਂ ਚਲ ਗਈਆਂ, ਕਦੇ ਦੰਦ ਡਿੱਗ ਪਏ, ਹੌਲੀ ਹੌਲੀ ਸਰੀਰ ਤਾਂ ਫਿਰ ਜਿਹੜਾ ਉਹ ਘਟਣ ਲੱਗ ਪੈਂਦਾ ਹੈ। ਤੇ ਪਰ ਜਦੋਂ ਕਿਸ਼ੋਰ ਅਵਸਥਾ 'ਚ ਗੁਰਮੰਤਰ ਦਾ ਆਸਰਾ ਲਿਆ, ਤੇ ਪ੍ਰੌਢਿਆ ਅਵਸਥਾ ਦੇ ਵਿੱਚ ਵੀ ਆਸਰਾ ਤਾਂ ਫਿਰ ਉਹ ਗੁਰਮੰਤਰ ਦਾ ਹੈ ਨਾ। ਉਹ ਕਹਿੰਦੇ ਸਰੀਰ ਚੱਲ ਜੇ ਪਰ ਸਾਡਾ ਆਧਾਰ ਤਾਂ ਗੁਰਮੰਤਰ ਵੈ। ਉਹ ਸਰੀਰ ਨੂੰ ਜਾਣਾ ਜਿਹੜਾ ਹੈ ਨਾ, ਸਰੀਰ ਦਾ ਖੀਣ ਹੋਣਾ, ਉਹਦਾ ਫਿਕਰ ਨਹੀਂ ਕਰਦੇ। ਉਹ ਤਾਂ ਅੰਦਰੋਂ ਵਾਹਿਗੁਰੂ ਨਾਮ ਦੀ ਪ੍ਰੀਤ ਟੁੱਟਣ ਦਾ ਫਿਕਰ ਕਰਦੇ ਐ। ਜੋ ਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਤਾ ਕਿੱਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕਮਲਾਏ। ਇਸ ਕਰਕੇ ਪ੍ਰੌਢਿਆ ਅਵਸਥਾ ਵਿੱਚ ਵੀ ਸੁਖਕਾਰੀ ਹੈ। ਬਿਰਧ ਅਵਸਥਾ ਵਿੱਚ ਜਦੋਂ ਫਿਰ ਪਤਾ ਹੀ ਹੈ ਹੁਣ ਸੰਸਾਰ ਨੂੰ ਛੱਡ ਜਾਣਾ, ਤੇ ਨਾਤੇ ਵੀ ਕਈ ਵਾਰੀ ਜਿਹੜੇ ਆ ਉਹ ਟੁੱਟ ਜਾਂਦੇ ਆ। ਬਜ਼ੁਰਗ ਜਾਣ ਕਰਕੇ ਜਿਹੜੇ ਆ ਸੰਸਾਰੀ ਨਾਤੇ ਵੀ ਛੱਡ ਦਿੰਦੇ ਆ। ਇਸ ਕਰਕੇ ਫਿਰ ਉਦੋਂ ਵਾਹਿਗੁਰੂ ਮੰਤਰ ਦਾ ਹੀ ਆਧਾਰ ਅੰਦਰ ਬਣਿਆ ਹੋਵੇ ਤਾਂ ਬਿਰਧ ਅਵਸਥਾ ਵਿੱਚ ਵੀ ਇਹ ਸੁਖਕਾਰੀ ਹੈ, ਸੁਖ ਦੇ ਦੇਣ ਵਾਲਾ ਹੈ। ਚੌਹਾਂ ਅਵਸਥਾ ਦੇ ਅੰਦਰ ਕਬੀਰਾਜ ਕਹਿੰਦੇ ਭਾਈ ਇਹ ਸੁਖ ਦੇ ਦੇਣ ਵਾਲਾ ਹੈ ਵਾਹਿਗੁਰੂ ਮੰਤਰ। ਇਸ ਪ੍ਰਕਾਰ ਕਬੀਰਾਜ ਜੀ ਫਰਮਾਉਂਦੇ ਹੈ। ਅੱਗੇ ਜਿਵੇਂ ਵਾਹਿਗੁਰੂ ਮੰਤਰ ਦੀ ਹੋਰ ਮਹਿਮਾ ਕਰਦੇ ਹੋਏ ਦੱਸਣਗੇ ਕਿ ਕਿਵੇਂ ਅੰਦਰੋਂ ਆਸੁਰੀ ਸੰਪਦਾ ਨੂੰ ਨਾਸ਼ ਕਰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਅੰਦਰ ਬੜੇ ਬਲੀ ਤੇ ਪ੍ਰਤਾਪੀ ਹੈ, ਉਹਨਾਂ ਦੇ ਪ੍ਰਤਾਪ ਨੂੰ ਕਿਵੇਂ ਖੀਨ ਕਰ ਦਿੰਦਾ ਹੈ, ਕਿਵੇਂ ਨਾਸ਼ ਕਰ ਦਿੰਦਾ। ਐਡੀਆਂ ਸ਼ਕਤੀਆਂ ਇਸ ਗੁਰਮੰਤਰ ਦੇ ਅੰਦਰੋਂ ਪ੍ਰਕਾਸ਼ ਦੀਆਂ ਹਨ। ਕਿਹੋ ਜੀ ਕਲਾ ਸਰੀਰ ਦੇ ਅੰਦਰ ਵਰਤਾਉਂਦਾ ਹੈ। ਹਿਰਦੇ ਰੂਪੀ ਰਣਕ ਖੇਤਰ ਦੇ ਅੰਦਰ ਕਿਵੇਂ ਇਹ ਪ੍ਰਤਾਪੀ ਹੋ ਕਰਕੇ ਸਾਰੀ ਆਸਰੀ ਸੰਪਦਾ ਦਾ ਅਭਾਵ ਕਰ ਦਿੰਦਾ, ਨਾਸ਼ ਕਰ ਦਿੰਦਾ। ਕਾਮ ਕ੍ਰੋਧ ਦਾ ਕਿਵੇਂ ਨਾਸ਼ ਕਰਦਾ ਹੈ, ਉਹ ਕਵੀਰਾਜ ਜੀ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਜਿਵੇਂ ਅੱਗੇ ਦੱਸਣਗੇ ਭਾਈ ਗੁਰਦਾਸ ਜੀ ਨੇ ਜਿਹੜੀ ਇਹਦੀ ਵਿਸ਼ੇਸ਼ਤਾ ਦੱਸੀ ਹੈ, ਉਹ ਵੀ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮਾਂ ਹੋ ਚੁੱਕਾ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਚਾਰ ਪਦੇਸ ਚੱਕ ਜੇ ਚਾਰ, ਚਾਰ ਅਵਸਥਾ ਮਹਿ ਸੁਖਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ
ਸ਼ਰਧਾ ਕਰ ਸੇਮਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।